ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ 1285 1285 ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਤੋਂ ਰਾਗ ਮਲਹਾਰ ਦੇ ਵਿੱਚ ਜਿਹੜੀ ਪਹਿਲੀ ਪਾਤਸ਼ਾਹੀ ਦੀ ਵਾਰ ਆ ਉਹਦੀ ਆਪਾਂ 16ਵੀਂ ਪੌੜੀ ਹੋ ਗਈ, 17ਵੀਂ ਪੌੜੀ ਲੈ ਰਹੇ ਹਾਂ। ਅਤੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਨਵੀਂ ਸੰਗਤ ਹੈ ਥੋੜ੍ਹਾ ਜਿਹਾ ਬਰੀਫ ਕਰੂੰਗਾ ਬਈ ਆਪਾਂ ਇਹ ਦੁਨੀਆ ਦੇ ਵਿੱਚ ਆਏ ਹਾਂ ਅਤੇ ਆਪਾਂ ਨੂੰ ਕਿਹਨੇ ਭੇਜਿਆ ਆ ਅਤੇ ਕਿਉਂ ਭੇਜਿਆ ਆ ਅਤੇ ਕਾਹਦੇ ਵਾਸਤੇ ਆਪਾਂ ਜਿਹੜੇ ਹੈਗੇ ਆ ਔਰ ਕਿੰਨੀ ਦੇਰ ਆ ਆਪਾਂ ਇੱਥੇ ਔਰ ਇਹ ਸਾਰਾ ਜਿਹੜਾ ਹੈਗਾ ਜੋ ਦਿਸ ਰਹੀ ਹੈ, ਜੋ ਇਹ ਦੁਨੀਆ ਦਿਸ ਰਹੀ ਆ ਰੰਗ ਬਿਰੰਗੀ ਦੁਨੀਆ ਜਿਹੜੀ ਹੈਗੀ ਇਹਦਾ ਮਕਸਦ ਕੀ ਹੈਗਾ। ਇੱਕ ਸ਼ਾਰਟ ਦੇ ਵਿੱਚ ਜਿਹੜਾ ਹੈਗਾ ਇੱਕ ਪਰਮਾਤਮਾ ਹੈਗਾ। ਪਰਮਾਤਮਾ ਜਿਹੜਾ ਹੈਗਾ ਉਹ ਆਪਣੇ ਵਾਂਗੂ ਬੰਦਾ ਤੀਵੀਂ ਸਰੀਰ ਨਹੀਂ ਹੈਗਾ। ਮਾਲਕ ਪਰਮਾਤਮਾ ਉਹ ਪਰਮਾਤਮਾ ਦੇ ਵਿੱਚ ਹੀ ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਇਹ ਧਰਤੀਆਂ, ਇਹ ਪਲੈਨਟ, ਸਾਰਾ ਆਕਾਸ਼ ਜੋ ਵੀ ਹੈਗਾ ਸਾਰਾ ਦਾ ਸਾਰਾ ਉਸ ਮਾਲਕ ਪਰਮਾਤਮਾ ਦੇ ਵਿੱਚ ਹੀ ਹੈਗਾ। ਉਹਦੇ ਵਿੱਚ ਹੀ ਹੈ ਸਾਰਾ ਦਾ ਸਾਰਾ। ਔਰ ਪਹਿਲਾਂ ਉਹ 36 ਯੁੱਗ ਤੱਕ ਬਾਣੀ ਕਹਿੰਦੀ ਉਹ ਇਕੱਲਾ ਹੀ ਸੀਗਾ। ਉਹਦੀ ਮੌਜ ਆਈ ਅਤੇ ਉਹਨੇ ਜਿਹੜਾ ਹੈਗਾ ਇਹ ਸੰਸਾਰ ਜਿਹੜਾ ਹੈਗਾ ਬਣਾਇਆ ਮਾਲਕ ਪਰਮਾਤਮਾ ਨੇ। ਔਰ ਆਪਣੇ 'ਚੋਂ ਉਹਨੇ ਜਿਹੜੇ ਹੈਗੇ ਉਹ ਜੋਤ ਸਰੂਪ ਆ, ਆਤਮਾ ਹੈਗਾ ਪਰਮਾਤਮਾ। ਉਹ ਜਿਹੜਾ ਹੈਗਾ ਉਹਨੇ ਆਪਣੇ ਤੋਂ ਸਾਰਾ ਜਿਹੜਾ ਹੈਗਾ ਇਹ 84 ਲੱਖ ਜੂਨਾਂ ਜਿਹੜੀਆਂ ਹੈਗੀਆਂ ਇਹ ਸਾਰੇ ਉਸ ਮਾਲਕ ਪਰਮਾਤਮਾ ਦਾ ਅੰਸ਼ ਹੈਗੇ। ਕੋਈ ਵੀ ਜੀਵ ਨੂੰ ਆਪਾਂ ਮਾਰ ਨਹੀਂ ਸਕਦੇ, ਸਿਰਫ ਉਹਦਾ ਸਰੀਰ ਜਿਹੜਾ ਹੈਗਾ ਉਹਨੂੰ ਆਪਾਂ ਜਿਹੜਾ ਹੈਗਾ ਨਸ਼ਟ ਵੀ ਨਹੀਂ ਕਰਦੇ। ਉਹ ਵੀ 5 ਤੱਤਾਂ ਦਾ, ਉਹਨੂੰ ਕੋਈ ਰੇਤਾ ਦਾ ਕਣ ਵੀ ਆਪਾਂ ਦੁਨੀਆ ਦੇ ਵਿੱਚੋਂ ਮਿਟਾ ਨਹੀਂ ਸਕਦੇ। ਪਾਵਰ ਜਾਂ ਸ਼ਕਤੀ ਹੈ ਉਸ ਮਾਲਕ ਪਰਮਾਤਮਾ ਦੀ, ਜਿਹਦੇ ਨਾਲ ਉਹਨੇ ਜਿਹੜਾ ਹੈਗਾ ਇਹ ਹਵਾ, ਪਾਣੀ, ਅੱਗ, ਧਰਤੀ, ਆਕਾਸ਼ 5 ਤੱਤਾਂ ਦੇ ਨਾਲ ਜਿਹੜੀ ਹੈਗੀ ਸਾਰੀ ਰਚਨਾ ਕੀਤੀ ਹੈ ਮਾਲਕ ਪਰਮਾਤਮਾ ਨੇ। ਉਹਦੀ ਮੌਜ ਆਈ ਅਤੇ ਉਹਨੇ ਕਿਹਾ ਬਈ ਉਹਨੇ ਇੱਕ ਗੇਮ ਜਿਹੜੀ ਹੈਗੀ ਆ, ਇੱਕ ਖੇਡ ਜਿਹੜੀ ਹੈਗੀ ਆ ਉਸਨੇ ਸ਼ੁਰੂ ਕੀਤੀ। ਉਹਨੇ ਜਿਹੜਾ ਹੈਗਾ ਇਹ ਜੀਵ ਜਿਹੜੇ ਪੈਦਾ ਕਰਨ ਤੋਂ ਪਹਿਲਾਂ ਉਹਨੇ ਪ੍ਰਕਿਰਤੀ ਜਿਹੜੀ ਹੈਗੀ ਇਹ ਸੰਸਾਰ, ਹਵਾ, ਪਾਣੀ, ਅੱਗ, ਜਿੱਥੇ ਕਿ ਜੀਵ ਰਹਿ ਸਕਣ, ਇਹ 84 ਲੱਖ ਜੂਨਾਂ ਜਿੱਥੇ ਜਿਹੜੀਆਂ ਹੈਗੀਆਂ, ਜਿੰਨਾ ਸਮਾਂ ਉਹ ਦੇ ਰਿਹਾ ਇਹਨਾਂ ਨੂੰ, ਉਹ ਜਿਹੜਾ ਸਮਾਂ ਭੋਗ ਸਕਣ। ਸਭ ਤੋਂ ਉੱਪਰ ਇਨਸਾਨ ਦੀ ਜੂਨ ਆ। ਮਾਲਕ ਪਰਮਾਤਮਾ ਕਹਿੰਦਾ ਵੀ ਮੈਂ ਔਰ ਤੂੰ ਇੱਕੋ ਹੀ ਹੈਗੇ ਆ। ਮੈਂ ਤੈਨੂੰ ਦੁਨੀਆ 'ਚ ਭੇਜ ਰਿਹਾ, ਧਰਤੀ 'ਚ ਭੇਜ ਰਿਹਾ। ਇੱਥੇ ਤੇਰਾ ਸਰੀਰ ਹੋਊਗਾ, ਇੱਥੇ ਤੇਰੇ ਜਿਹੜੇ ਸਰੀਰ ਦੇ ਨਾਲ ਤੇਰੇ ਜਿਹੜੇ ਹੈਗੇ ਤੈਨੂੰ ਸਵਾਦ ਪਾ ਕੇ ਭੇਜ ਰਿਹਾ, ਮੱਛੀ ਵਾਂਗੂ ਸਵਾਦ। ਦੁਨੀਆ ਦੇ ਪਦਾਰਥ, ਦੁਨੀਆ ਦੇ ਭੋਗ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਤੈਨੂੰ ਮੇਰੇ ਤੱਕ ਨਹੀਂ ਆਉਣ ਦੇਣਗੇ। ਔਰ ਮੈਂ ਛੁਪਿਆ ਆ ਤੇਰੇ ਅੰਦਰ, ਆਤਮਾ ਆਪਣੇ ਅੰਦਰ ਆ ਔਰ ਮੈਨੂੰ ਲੱਭਣਾ ਆ। ਆਹ ਗੇਮ ਹੈਗੀ, ਇਸ ਵਾਸਤੇ ਮਾਲਕ ਨੇ ਆਪਾਂ ਨੂੰ ਭੇਜਿਆ। ਆਪਾਂ ਆਤਮਾ ਹੈਗੇ। ਆਤਮਾ ਕਦੀ ਵੀ ਜਿਹੜੀ ਹੈਗੀ ਉਹ ਸੌਂਦੀ ਨਹੀਂ ਹੈਗੀ। ਆਤਮਾ ਹਮੇਸ਼ਾ ਜਾਗਦੀ ਰਹਿੰਦੀ ਹੈ, ਹਮੇਸ਼ਾ ਜਾਗਦੀ ਰਹਿੰਦੀ ਹੈ, ਨਾ ਕਦੀ ਮਰ ਸਕਦੀ ਹੈ ਆਤਮਾ। ਬਸ ਆਤਮਾ ਜਿਹੜੀ ਹੈਗੀ ਮਾਲਕ ਨੇ ਇੱਕ ਮਨ ਜਿਹੜਾ ਹੈਗਾ, ਵਿਚਾਰ ਜਿਹੜੇ ਹੈਗੇ ਇਹ ਦਿੱਤੇ। ਵਿਚਾਰ ਜਿਹੜੇ ਹੈਗੇ ਇਹ ਪੈਦਾ ਹੁੰਦੇ ਆ ਸੰਸਾਰ ਤੋਂ, ਆਕਾਰ ਤੋਂ। ਜੋ ਕੁਛ ਵੀ ਆਪਾਂ ਨੂੰ ਦਿਸ ਰਿਹਾ ਆ ਇਹ ਸੰਸਾਰ, ਆਕਾਰ, ਇੱਥੋਂ ਵਿਚਾਰ ਪੈਦਾ ਹੁੰਦੇ ਆ। ਔਰ ਵਿਚਾਰ ਜਿਹੜੇ ਹੈਗੇ ਇਹੀ ਆਪਣਾ ਮਨ ਹੈਗਾ। ਇਹ ਆਤਮਾ ਦੇ ਉੱਤੇ ਮਨ ਜਿਹੜਾ ਹੈਗਾ ਛਾਇਆ ਪਿਆ ਆ। ਆਤਮਾ ਨੂੰ ਇਹਨੇ ਮਨ ਨੇ ਢੱਕ ਲਿਆ ਆ, ਇਸ ਕਰਕੇ ਆਪਾਂ ਨੂੰ ਆਤਮਾ ਨਹੀਂ ਦਿਸਦੀ। ਇਹ ਮਨ ਨੂੰ ਆਪਾਂ ਨੇ ਵਿੰਨਣਾ ਹੈਗਾ। ਮਨ ਵਿੰਨਿਆ ਜਾਊਗਾ ਜਦ ਆਪਾਂ ਆਪਣੇ ਵਿਚਾਰ ਬੰਦ ਕਰਾਂਗੇ ਤਾਂ। ਸਾਰੀ ਦੀ ਸਾਰੀ ਗੁਰਬਾਣੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਗਿਆਨ ਹੈਗੀ। ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਆ ਇਹ ਗਿਆਨ ਆ, ਸਿਰਫ ਗਿਆਨ। ਪਰ ਆਪਾਂ ਜਿਹੜੇ ਹੈਗੇ ਹੁਣ ਗੁਰਬਾਣੀ ਸੁਣ ਰਹੇ, ਕੀਰਤਨ ਸੁਣ ਰਹੇ, ਕੀਰਤਨ ਦੇਖ ਰਹੇ ਹਾਂ, ਗੁਰਦੁਆਰੇ ਜਾ ਰਹੇ, ਨਹਾ ਰਹੇ, ਧੋ ਰਹੇ, ਸਾਰਾ ਸਵੇਰੇ ਜਿਹੜਾ ਹੈਗੇ 5 ਬਾਣੀਆਂ ਦਾ ਪਾਠ ਕਰ ਰਹੇ, ਸਾਰਾ ਕੁਝ ਕਰ ਰਹੇ। ਸਿਰਫ ਆਪਾਂ ਜਿਹੜੇ ਹੈਗੇ ਆ ਗਿਆਨ ਲੈ ਰਹੇ ਹਾਂ ਬਸ।
ਔਰ ਜੋ ਗਿਆਨ ਕਹਿ ਰਿਹਾ ਆ, ਜੋ ਮਾਲਕ ਕਹਿ ਰਿਹਾ ਹੈ ਵੀ ਤੂੰ ਜਿਹੜਾ ਹੈਗਾ ਵਿਚਾਰ ਬੰਦ ਕਰਕੇ ਮਨ ਨੂੰ ਖੜਾ ਕਰਕੇ ਤੂੰ ਜਿਹੜਾ ਹੈਗਾ ਮੈਨੂੰ ਲੱਭਣਾ ਆ, ਆਪਣੇ ਆਪ ਨੂੰ ਲੱਭਣਾ ਹੈ, ਮੈਨੂੰ ਨਹੀਂ ਲੱਭਣਾ, ਤੂੰ ਆਪਣੇ ਆਪ ਨੂੰ ਲੱਭਣਾ ਹੈ, ਤੂੰ ਕੌਣ ਹੈ ਬਸ। ਔਰ ਆਪਾਂ ਦੇਖ ਲਓ ਬਈ ਆਪਾਂ ਕਹੀਏ ਵੀ ਐਡਾ ਵੱਡਾ ਜਿਹੜਾ ਹੈਗਾ 6 ਫੁੱਟ ਦਾ ਬੰਦਾ ਹੈ, 6 ਫੁੱਟ ਮੈਂ ਜਿਹੜਾ ਹੈਗਾ ਇਹ 6 ਫੁੱਟ ਦਾ ਬੰਦਾ ਇਹ ਮੈਂ ਹੈਗਾ ਨਾ। 6 ਫੁੱਟ ਦਾ ਬੰਦਾ ਤਾਂ ਮਾਂ ਦੇ ਪੇਟ 'ਚੋਂ ਬਣਿਆ, ਸਰੀਰ ਤਾਂ ਮਾਂ ਦੇ ਪੇਟ 'ਚ ਬਣਿਆ। ਆਪਾਂ ਤਾਂ ਸਿਰਫ ਜਿਹੜੇ ਹੈਗੇ ਸ਼ੁਕਰਾਣੂ ਤੋਂ ਯਾਤਰਾ ਸ਼ੁਰੂ ਹੋਈ ਹੈ, ਸਪਰਮ ਤੋਂ ਆਪਣੀ ਯਾਤਰਾ। ਔਰ ਸ਼ੁਕਰਾਣੂ ਵੀ ਆਪਾਂ ਨਹੀਂ ਹੈਗੇ, ਉਹ ਸ਼ੁਕਰਾਣੂ ਦੇ ਅੰਦਰ ਆਪਣੀ ਜੋਤ ਹੈਗੀ ਆ, ਉਹ ਆ ਆਪਾਂ। ਮਿੰਨੀ ਪਰਮਾਤਮਾ ਹੈਗੇ ਆ ਆਪਾਂ, ਉਹ ਪਰਮਾਤਮਾ ਹੈਗਾ, ਆਪਾਂ ਜਿਹੜੇ ਹੈਗੇ ਆਤਮਾ ਹੈਗੇ ਆ। ਉਸ ਆਤਮਾ ਨੂੰ ਲੱਭਣ ਵਾਸਤੇ ਆਪਾਂ ਆਏ ਆ। ਔਰ ਇਸ ਵਾਸਤੇ ਮਾਲਕ ਨੇ ਆਪਾਂ ਨੂੰ ਦੇਖ ਲਓ, ਉਹ ਪਰਮਾਤਮਾ ਜਿਹੜਾ ਹੈਗਾ ਕਿੰਨਾ ਉਹਨੇ ਪਰਿਵਾਰ ਦਿੱਤਾ, ਘਰ ਦਿੱਤੇ, ਖਾਣ ਪੀਣ ਨੂੰ ਦੇ ਰਿਹਾ, ਆਕਸੀਜਨ ਦੇ ਰਿਹਾ, ਹਵਾ ਪਾਣੀ ਸਾਰਾ ਕੁਝ ਦੇ ਰਿਹਾ ਮਾਲਕ ਪਰਮਾਤਮਾ, ਸਾਰੀ ਚੀਜ਼। ਔਰ ਯਾਤਰਾ ਜਿੰਨੀ ਆਪਣੀ ਉਮਰ ਆ ਓਨੀ ਉਮਰ ਉਹ ਆਪਾਂ ਨੂੰ ਦੇਖ ਰਿਹਾ ਬਈ ਇਹ ਉਹ ਕੰਮ ਕਰਦਾ ਹੈ ਕਿ ਨਹੀਂ। ਉਹ ਸ਼ਾਹੂਕਾਰ ਆ, ਉਹਦੀ ਮਰਜ਼ੀ ਉਹਨੇ ਖੇਡ ਕੀਤੀ ਆ, ਆਪਣੇ 'ਚੋਂ ਆਤਮਾ ਪੈਦਾ ਕੀਤੀ ਆ, ਔਰ ਕਹਿੰਦਾ ਕਿ ਤੂੰ ਜਿਹੜਾ ਹੈਗਾ ਆਪਣੇ ਆਪ ਨੂੰ ਲੱਭਣਾ ਹੈ, ਮੇਰੇ ਕੋਲ ਵਾਪਸ ਆਉਣਾ ਹੈ। ਆ ਮਾਇਆ ਹੈਗੀ, ਧੋਖਾ ਹੈਗਾ, ਇਹ ਟਰੈਪ ਹੈਗੀ, ਇਹਦੇ ਤੋਂ ਜਿਹੜਾ ਹੈਗਾ ਇਸ 'ਚੋਂ ਤੂੰ ਜਿਹੜਾ ਹੈਗਾ ਇਸ ਧੋਖੇ ਨੂੰ ਸਮਝ ਕੇ ਔਰ ਇਹਦੇ ਤੋਂ ਓਨਾ ਹੀ ਲੈਣਾ ਆ, ਓਨਾ ਹੀ ਖਾਣਾ ਆ, ਓਨਾ ਹੀ ਭੋਗਣਾ ਆ ਜਿੰਨਾ ਕਿ ਤੇਰੀ ਜ਼ਰੂਰਤ ਹੈ ਸਰੀਰ ਦੀ। ਇਸ ਤੋਂ ਜ਼ਿਆਦਾ ਜਿਹੜਾ ਹੈਗਾ ਇਹ ਤੇਰਾ ਟਾਰਗੇਟ ਨਹੀਂ ਹੈਗਾ। ਆਪਾਂ ਨੇ ਕੀ ਕੀਤਾ ਵੀ ਇਹ ਸੰਸਾਰ 24 ਘੰਟੇ ਦਿੱਤੇ ਆ ਮਾਲਕ ਨੇ, 24 ਘੰਟੇ ਬਾਅਦ ਰਿਪੀਟ ਹੁੰਦਾ ਹੈ ਦਿਨ, 24 ਘੰਟੇ ਬਾਅਦ ਮਾਲਕ ਫਿਰ ਰਿਪੀਟ ਕਰਦਾ ਹੈ। ਔਰ ਆਪਾਂ ਆਤਮਾ ਦੇ ਕੋਲ ਰੋਜ਼ ਜਾਂਦੇ ਆ, ਹਰ ਰੋਜ਼ ਆਤਮਾ ਨੂੰ ਆਪਣੀ ਨੂੰ ਦੇਖਦੇ ਆ, ਆਪਾਂ ਹਰ ਰੋਜ਼ ਜਾਂਦੇ ਆਤਮਾ ਦੇ ਕੋਲ, ਦੇਖਦੇ ਨਹੀਂ ਆ, ਜਾਣਦੇ ਜ਼ਰੂਰ ਆ। ਕਦੋਂ ਜਾਂਦੇ ਆ? ਜਦ ਆਪਾਂ ਸੌਂ ਜਾਂਦੇ ਆ। ਅਤੇ ਆਪਾਂ ਸੌਂ ਕੇ ਕਿੱਥੇ ਜਾਂਦੇ ਆ? ਆਪਾਂ ਸੌਂ ਗਏ, ਦੇਖੋ ਇੱਕਦਮ ਸਾਰਾ ਸੁੱਤੇ ਪਿਆ ਆਪਾਂ ਲੇਟ ਗਏ, ਲੇਟ ਕੇ ਜਿਹੜਾ ਹੈਗਾ ਮਨ 'ਚ ਵਿਚਾਰ ਆ ਰਹੇ ਆ, ਔਰ ਫਿਰ ਜਿਹੜਾ ਹੈਗਾ ਸਾਰਾ ਕੁਝ ਟੀ ਵੀ ਵੀ ਸੁਣ ਰਿਹਾ, ਸਾਰਾ ਕੁਝ ਸੁਣ ਰਿਹਾ। ਥੋੜ੍ਹੀ ਦੇਰ ਬਾਅਦ ਜਿਹੜਾ ਹੈਗਾ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਗਏ। ਉਹ ਚਲੇ ਗਏ ਆਪਾਂ ਆਤਮਾ ਦੇ ਕੋਲ, ਸੌਂ ਕੇ ਗਏ ਆਤਮਾ ਦੇ ਕੋਲ। ਅਤੇ ਸੌਂ ਕੇ ਜਦ ਆਪਾਂ ਸਵੇਰੇ ਉੱਠਦੇ ਹਾਂ ਅਤੇ ਤਰੋ ਤਾਜ਼ਾ ਉੱਠਦੇ ਹਾਂ, ਕਿੰਨਾ ਫਰੈਸ਼ ਉੱਠਦੇ ਹਾਂ। ਆਤਮਾ ਜਿਹੜੀ ਹੈਗੀ ਉਹਦੇ ਕੋਲ ਜਾਣ ਦੇ ਨਾਲ ਇੰਨਾ ਫਾਇਦਾ ਹੁੰਦਾ ਹੈ, ਅਤੇ ਪਰਮਾਤਮਾ ਦੇ ਕੋਲ ਜਾਣ ਦੇ ਨਾਲ ਕਿੰਨਾ ਕੁ ਫਾਇਦਾ ਹੋਊਗਾ। ਮਾਲਕ ਕਹਿੰਦਾ ਤੂੰ ਸੌਂ, ਮਤਲਬ ਬੇਹੋਸ਼ੀ 'ਚ ਜਾਣ ਨਾਲ ਸਾਨੂੰ ਤਰੋ ਤਾਜ਼ਾ ਨਵੀਂ ਜ਼ਿੰਦਗੀ ਮਿਲਦੀ ਹੈ। ਜੇ ਕਿਤੇ ਹੋਸ਼ ਪੂਰਵਕ ਗਏ ਤੇ ਫਿਰ ਤਾਂ ਕਿਆ ਆਨੰਦ। ਉਹ ਕਹਿੰਦਾ ਵੀ ਬੇਹੋਸ਼ੀ 'ਚ ਇੰਨਾ ਹੀ ਦੇ ਸਕਦਾ ਮੈਂ, ਜੇ ਤੈਨੂੰ ਜਿਹੜਾ ਹੈਗਾ ਅਸਲੀ ਚੀਜ਼ ਚਾਹੀਦੀ ਹੈ, ਅੰਮ੍ਰਿਤ ਚਾਹੀਦਾ ਹੈ, ਅਮਰ ਹੋਣਾ ਚਾਹੁੰਦਾ ਹੈ, ਅਤੇ ਸਰੀਰ ਦੀ ਕੈਦ 'ਚੋਂ ਬਾਹਰ ਹੋਣਾ ਚਾਹੁੰਦਾ ਹੈ, ਅਤੇ ਜਾਗਦੇ ਹੋਏ ਆ ਜਾ ਮਿੱਤਰ। ਆਹੀ ਭਗਤੀ ਹੈ, ਇਹ ਕੰਮ ਕਰਨਾ ਹੈ। ਔਰ ਆਪਾਂ ਆਤਮਾ ਦੇ ਨੇੜੇ ਰਾਤ ਨੂੰ ਕਿਵੇਂ ਜਾਂਦੇ ਆ? ਵਿਚਾਰ ਬੰਦ ਹੋ ਜਾਂਦੇ ਆ ਤਾਂ ਜਾਂਦੇ ਆ। ਫਿਰ ਆਪਾਂ ਦਿਨੇ ਕਿਉਂ ਨਹੀਂ ਵਿਚਾਰ ਬੰਦ ਕਰ ਸਕਦੇ? ਆਹ ਭਗਤੀ ਕਿਉਂ ਨਹੀਂ ਕਰਦੇ? ਇਹਨੂੰ ਭਗਤੀ ਕਹਿੰਦੀ ਹੈ ਬਾਣੀ, ਇਹਨੂੰ ਬਾਣੀ ਕਹਿੰਦੀ ਹੈ ਭਗਤੀ। ਬਾਣੀ ਕਹਿੰਦੀ ਹੈ ਭਾਈ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਮ ਕੀ ਹੈ? ਆਤਮਾ। ਨਾਮ ਕੀ ਹੈ? ਪਰਮਾਤਮਾ। ਤੇ ਆਇਆ ਕੀ ਹੈ? ਧਿਆਨ। ਆਪਣਾ ਧਿਆਨ ਕਿੱਥੇ ਆ? ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ, ਆਕਾਰ ਦੇ ਵਿੱਚ, ਪਰਿਵਾਰ ਦੇ ਵਿੱਚ। ਆਪਣਾ ਧਿਆਨ ਤਾਂ ਆਤਮਾ ਦਾ ਹੈ ਹੀ ਨਹੀਂ। ਆਪਣੀ ਇੱਛਾ ਹੀ ਨਹੀਂ ਆਤਮਾ ਨੂੰ ਦੇਖਣ ਦੀ, ਆਪਣੀ ਇੱਛਾ ਹੀ ਨਹੀਂ ਆਤਮਾ ਵੱਲ ਨੂੰ ਜਾਣ ਦੀ। ਆਪਾਂ ਤਾਂ ਖਾਲੀ ਜਿਹੜਾ ਹੈਗਾ ਰੂਟੀਨ ਕਰ ਰਹੇ, ਜੋ ਬਾਪ ਦਾਦੇ ਤੋਂ ਚੱਲ ਰਿਹਾ ਵੀ ਨਹਾ ਲਓ, ਧੋ ਲਓ, ਬਾਣੀਆਂ 5 ਬਾਣੀਆਂ ਪੜ੍ਹ ਲਓ, ਇੱਥੇ ਚਲੇ ਜਾਓ, ਇੱਥੇ ਮੱਥਾ ਟੇਕ ਲਓ, ਇੱਥੇ ਆਹ ਕਰ ਲਓ, ਆਹ ਸੁਣ ਲਓ। ਔਰ ਉਹ ਕੰਮ ਆਪਾਂ ਕਰ ਹੀ ਨਹੀਂ ਰਹੇ ਜੋ ਬਾਣੀ ਕਹਿ ਰਹੀ ਹੈ। ਬਾਣੀ ਕੀ ਕਹਿ ਰਹੀ ਹੈ? ਬਾਣੀ ਕਹਿ ਰਹੀ ਹੈ ਜਿਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ। ਲਹਿਰੀ ਕੀ ਹੈ? ਹਉਮੈ ਵਿਚਾਰ। ਔਰ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਜਿਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ। ਸ਼ਬਦੇ ਸਾਧ ਨਾ ਆਵਈ ਨਾਮ ਨਾ ਲਗੇ ਪਿਆਰ। ਸੇਵਾ ਥਾਏ ਨਾ ਪਵੈ ਤਿਸਕੀ ਖਪ ਖਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸਿਰ ਕੀ ਆ? ਵਿਚਾਰ। ਇੱਥੇ ਚੱਲ ਰਿਹਾ ਦਿਮਾਗ, ਤਾਂ ਇੱਥੇ ਚੱਲ ਰਿਹਾ ਵਿਚਾਰਾਂ ਦੇ ਵਿੱਚ। ਆਹ ਕੰਮ ਹੈਗਾ ਕਰਨ ਵਾਲਾ। ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ।
से नानक सेवक सोई आखिए, जो सिर तरे उतार सतगुर का पाना मन लै शब्द रखे उड़तार। सतगुरु का पाना की है, शब्द नूं उड़ च रखना है। शब्द की है? शब्द हैगी अपनी आत्मा परमात्मा, उदा ध्यान। आ काम करना है आपां ने। गुरु नानक साहब कहते हैं, विचार मारे तरे तारे उल्ट जोन ना आवे। बाणी तो कहती है, पंजी पातशाही कहती है, थिर कर बैसो हर जन प्यारे सतगुर तुमरे का सवारे। भी थिर करके भी मैं जिहड़ा हैगा शरीर करके थिर बैठना है, नहीं कहते मन करके थिर बैठ, मन नूं खड़ा कर, मन नूं रोक। आया भगती, आ काम तो आप कर ही नहीं रहे। फिर आप फिर धर्मराज ने तो आही देखना है भाई। वो मालक कहता, मालक ने कहा सीगा बई अपनी आत्मा नूं देखना है, तू दस उस दे वास्ते की करके आया। महाराज जी ये तो मैं कीता ही नहीं, मैं तो सुखमनी साहब दे पूरे पाठ, पूरा नितनेम, पूरा कीर्तन सारा कुछ करदा रहा। वो भाई जो पाठ कह रहा सीगा वो तो तू काम कीता ही नहीं। वो काम कित्थे कीता है तू दस? मैनू तो यह पता ही नहीं सीगा। दोबारा चून दे, दोबारा तो मिलती नहीं है, क्योंकि तुसी आपां हैगे मालक क्या ओहदे आपां एम्पलाई हैगे। मालक ने आपां नूं इन्नी स्वासां दी पूंजी दित्ती, इन्ना सारा कुछ दिता, और कहंदे आ काम करना है, और वो काम आपां कीता नहीं। कि आपां जिहड़े हैगे अपना कोई नौकर होऊगा कि आपां दोबारा कहांगे लै बेटा आ दोबारा लै जा पैसे, और फिर जाके जिहड़ा हैगा तू करिया, फिर जाके जिहड़ा हैगा करे काम। इस तरह तो हुंदा नहीं भाई। उत्थे जिहड़ा हैगा आपां ने झूठे पै जाना। आही चार्ज लगना है उस कोर्ट दे विच, धर्मराज दे कोर्ट दे विच, बई तू दस बई तू की करके आया। तेरा बटुआ तेरी पोटली खोल। उस पोटली चो कुछ नहीं निकलना, उत्थे अवगुण ही निकलने हैं। उत्थे यही निकलना मैं तो जी 24 घंटे भोगां दे विच, स्वादां दे विच, और मैं अपने परिवार नूं बच्चों नूं पढ़ाउंदा रह गया, कोठियां बनाउंदा रह गया। उत्थे ये गल्लां तो चलणियां ने। उत्थे तो जिहड़ा हैगा कहंदे, और आपां हैगे इच्छाधारी, और आपां हैगे परमात्मा दे बच्चे। परमात्मा ने माया नूं क्या होया, प्रकृति नूं, बई ये बच्चा जो मंगदा हैगा, जो इहदी इच्छा हैगी, उही चीज़ इहनूं देनी है। अपनी इच्छा आत्मा दी नहीं है, परमात्मा दी नहीं है, वो मिल नहीं सकती। अपनी इच्छा हैगी पदार्थां दी, स्वादां दी, काम क्रोध लोभ मोह अहंकार दी। काम जिहड़ा हैगा सारियां जूनां दे विच जिहड़ियां हैगियां, काम सारियां जूनां करदियां। सारियां दे बच्चे पैदा हुंदे हरेक जून च। कहंदे तैनूं फिर इंसान दी जून क्यों चाहिदी है भाई? तेरा तो बेंट ऑफ माइंड तेरा जिहड़ा हैगा 90% तेरा समा जिहड़ा हैगा इहदे विच ही निकलिया, इहदे विचार लैंदा रहा। तैनूं ते चल इस जून च जा। इस करके फिर आपां जिहड़े हैगे, और आपां सिखरले डंडे दे उत्ते हैगे आ। मनुख जून मिली हुई आ, और इस जून तो जिहड़ा हैगा इहदे उपर आपां उन्नी देर ही रह सकदे आ जिन्नी देर अपनी उम्र हैगी। और इस तो उपर मुक्ति हैगी। मुक्ति कहते ना भी मुक्ति काहदे तो मुक्ति आही प्रकृति तो मुक्ति, संसार तो मुक्ति, शरीर तो मुक्ति। और जे आपां नहीं वो काम कीता ते आपां जिहड़े हैगे जूनां दे विच पै जांगे। जेहे जे अपने पाप हैगे, जेहे जे अपने अवगुण हैगे, उही जी जून मिलनी आपां नूं। आ खेड़े हाले भी जिहड़ा हैगा आपां नूं पता लग जाए, हाले भी आपां जिहड़े हैगे अपने विचारां नूं, अपने मन नूं जिहड़ा हैगा चैक करना शुरू कर दी, मन नूं रोकना शुरू कर दी। आपां जिहड़े हैगे 24 घंटे जिहड़े हैगे आपां विचार ही लई जाने आ। आपां जिहड़े हैगे समझदे आ बई रब जिहड़ा हैगा ना किते छुट्टी ते चला गया और मैनू चार्ज दे के चला गया। आ क्यों हो रहा इस तरह, इस तरह क्यों हो रहा, इनू किस तरह की करता किसी ने, इत्थे की है, इस तरह हो गया। आपां जिहड़े हैगे आपां बन जन्ने हौमे दे कारण। आपां समझदे आ भी आपां रब हैगे। आपां क्यों करदे आ, वो हो ओहदी मर्जी ना रहा मालक परमात्मा दी। आपां नूं जिन्नी क तैनू काम दिता है तू अपना काम कर, जिन्ना क तेरा फर्ज है। जे किते पाप हो रहा तो तेरी पावर है जाके रोक। जे किते दा बलात्कार, किसी ना कुछ धक्का हो रहा तो तू जाके उत्थे जाके अपना फर्ज अदा कर। आपां तो समझते हैं कि बई परमात्मा जिहड़ा हैगा मैनू हर जगह ते क्यों करते हैं, और होना जिहड़ा हैगा वो सारा उस मालक परमात्मा की मर्जी नाल हो रहा संसार दे विच। इस करके जिहड़ा हैगा
ਇਸ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਜੋ ਕੁਛ ਵੀ ਆਪਾਂ ਇਹ ਸਵਾਸਾਂ ਦੇ ਨਾਲ ਕਰਾਂਗੇ ਉਹੀ ਆਪਾਂ ਨੂੰ ਮਿਲਣਾ ਆ, ਉਹੀ ਪੋਟਲੀ ਖੁੱਲਣੀ ਆ ਆਪਣੀ ਬਸ। ਜੋ ਇੱਛਾਵਾਂ ਹੈਗੀਆਂ ਉਹੀ ਆਪਣੀਆਂ ਜਿਹੜੀਆਂ ਹੈਗੀਆਂ ਉਹੀ ਆਪਣੀ ਅੱਗੇ ਦੀਆਂ ਜੂਨਾਂ ਹੈਗੀਆਂ। ਆਪਾਂ ਹੋਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ। ਕਹਿੰਦੇ ਮੁਕਤੀ ਦਾ ਦਰਵਾਜ਼ਾ, ਜੇ ਤੂੰ ਮੁਕਤ ਹੋਣਾ ਚਾਹੁੰਦਾ ਹੈ, ਸਰੀਰ ਤੋਂ ਮੁਕਤ ਹੋਣਾ ਚਾਹੁੰਦਾ ਆ, ਇਹ ਕੈਦ ਚੋਂ ਬਾਹਰ ਨਿਕਲਣਾ ਚਾਹੁੰਦਾ ਹੈ, ਆਤਮਾ ਨੂੰ ਦੇਖਣਾ ਚਾਹੁੰਦਾ ਹੈ, ਪਰਮਾਤਮਾ ਨੂੰ ਦੇਖਣਾ ਚਾਹੁੰਦਾ ਹੈ, ਤੇ ਰਾਈ ਦੇ 10ਵੇਂ ਹਿੱਸੇ ਦੇ ਵਿੱਚੋਂ ਦੀ ਲੰਘਣਾ ਪੈਣਾ ਆ। ਮੁਸਲਮਾਨ ਕਹਿੰਦੇ ਪੁਰਸੁਲਾਤ ਕਾ ਪੰਥ ਦੁਹੇਲਾ ਨਾ ਕੋ ਸਾਥੀ ਗਵਨ ਇਕੇਲਾ। ਕਹਿੰਦੇ ਉੱਥੇ ਕੋਈ ਸਾਥੀ ਨਹੀਂ ਆ। ਉਹ ਉੱਥੋਂ ਡਿੱਗਿਆ, ਉਹ ਪੁਲ ਤੋਂ ਜਿਹੜਾ ਪੁਰਸਲਾਤ ਦਾ ਪੁਲ ਆ ਉੱਥੋਂ ਡਿੱਗਿਆ ਤੇ 84 ਲੱਖ ਜੂਨਾਂ ਪਈਆਂ, ਦੋਜ਼ਖ ਦੇ ਵਿੱਚ ਜਾਏਗਾ, 84 ਲੱਖ ਜੂਨਾਂ ਦੇ ਵਿੱਚ ਜਾਏਗਾ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ 10ਵੇਂ ਪਾਏ। ਮਨ ਤੋਂ ਮੈਗਲ ਹੋਏ ਰਿਓ ਨਿਕਸਿਓ ਕਿਉਂ ਕਰ ਜਾਏ। ਮਨ ਤਾਂ ਹਾਥੀ ਬਣਿਆ ਪਿਆ, ਮਨ ਤਾਂ ਪੂਰੀ ਹਉਮੈ ਦੇ ਵਿੱਚ ਹੈ। ਮਨ ਦੇ ਨਾਲ ਤਾਂ ਇੰਨੀਆਂ ਇੱਛਾਵਾਂ ਆਪਾਂ ਨੇ ਐਡ ਕਰ ਲਈਆਂ ਕਿ ਆਪਾਂ ਆਖਰੀ ਦਮ ਤੱਕ ਵੀ, ਮਰਨ ਵੇਲੇ ਤੱਕ ਵੀ ਜਿਹੜੇ ਹੈਗੇ ਆਪਣੇ ਅੰਦਰ ਸੰਸਾਰ ਦੀਆਂ ਇੱਛਾਵਾਂ ਚੱਲਦੀਆਂ ਰਹਿੰਦੀਆਂ। ਆਹ ਹੈਗੀ ਗੇਮ, ਔਰ ਆਹ ਸਾਰੀ ਬਾਣੀ ਇਹੀ ਕੰਮ ਕਰਨ ਨੂੰ ਕਹਿ ਰਹੀ ਹੈ। ਕਬੀਰ ਜੀ ਕਹਿੰਦੇ ਆ ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੇ ਪਗ ਧਰੇ ਲੀਜੇ। ਫਿਰ ਕਬੀਰ ਜੀ ਕਹਿੰਦੇ ਸੁੰਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਹਿੰਦੇ ਸੁੰਨ ਗੁਫਾ ਦੇ ਵਿੱਚ, ਸੁੰਨ ਦੇ ਵਿੱਚ ਆਸਣ ਲਗਾ ਔਰ ਬੈਠਕ ਕਰ ਉੱਥੇ। ਆਹ ਕੰਮ ਤਾਂ ਕਰਦੇ ਨਹੀਂ, ਆਹ ਕੰਮ ਬਾਣੀ ਕਹਿ ਰਹੀ ਹੈ ਭਾਈ। ਆ ਜੋ ਵੀ ਮੈਂ ਕੋਟ ਕਰ ਰਿਹਾ ਸਾਰੀ ਦੀ ਸਾਰੀ ਬਾਣੀ ਦੇ ਵਿੱਚੋਂ ਬੋਲ ਰਿਹਾ। ਬਾਣੀ ਕਹਿ ਰਹੀ ਹੈ ਸੁੰਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਲਪ ਕਹਿੰਦੇ ਵਿਚਾਰ, ਕਲਪਨਾ ਕਹਿੰਦੇ ਬਿਲਕੁਲ ਅਲਾਉਡ ਨਹੀਂ ਹੈ। ਉਹ ਕੰਮ ਤਾਂ ਆਪਾਂ ਨਾ ਕਰਦੇ ਹੀ। ਸਵੇਰੇ ਸ਼ਾਮ ਘੱਟ ਤੋਂ ਘੱਟ 15 ਮਿੰਟ ਅੱਧਾ ਘੰਟਾ ਆਪਾਂ ਬੈਠੀਏ ਆਪਣੇ ਨਾਲ, ਦੇਖੀਏ ਤਾਂ ਸਹੀ ਆਪਣੇ ਅੰਦਰ ਜਿਹੜੇ ਕੀ ਵਿਚਾਰ ਆ ਰਹੇ। ਜੋ ਆਪਣੇ ਅੰਦਰ ਵਿਚਾਰ ਆ ਰਹੇ ਉਹੀ ਆਪਾਂ ਹੈਗੇ ਹਾਂ। ਮੇਰੇ ਵਰਗਾ ਜਿਹੜਾ ਹੈਗਾ ਗੁਰਮੁਖ 'ਚ ਬਣ ਕੇ ਦਿਖਾ ਰਿਹਾ, ਅੰਦਰ ਕੀ ਚੱਲ ਰਿਹਾ ਆ ਉਹ ਕਿਸੇ ਨੂੰ ਨਹੀਂ ਪਤਾ, ਉਹ ਮੈਨੂੰ ਪਤਾ ਹੈ। ਜੇ ਆਪਾਂ ਦੇਖਾਂਗੇ, ਆਪਣੇ ਅੰਦਰ ਵੜਾਂਗੇ ਤੇ ਆਪਾਂ ਨੂੰ ਪਤਾ ਲੱਗੂਗਾ ਵੀ ਆਪਾਂ ਕੌਣ ਆ ਅਸਲੀ। ਉਹ ਹੈਗੇ ਆਪਾਂ। ਜੋ ਆਪਣੇ ਅੰਦਰ ਵਿਚਾਰ ਹੈਗਾ ਉਹੀ ਆਪਾਂ ਹੈਗੇ। ਜੇ ਕਾਮ ਦਾ ਵਿਚਾਰ ਹੈ ਆਪਾਂ ਕਾਮੀ ਹੈਗੇ। ਜੇ ਲੋਭ ਦਾ ਵਿਚਾਰ ਹੈ ਆਪਾਂ ਲੋਭੀ ਹੈਗੇ। ਜੇ ਕਿਸੇ ਦੇ ਨਾਲ ਧੋਖਾ ਦੇਣ ਦਾ ਵਿਚਾਰ ਆ ਤੇ ਆਪਾਂ ਧੋਖੇਬਾਜ਼ ਹੈਗੇ। ਜੇ ਠੱਗੀ ਚੋਰੀ ਦਾ ਵਿਚਾਰ ਹੈ ਆਪਾਂ ਚੋਰ ਹੈਗੇ। ਜੋ ਵਿਚਾਰ ਚੱਲ ਰਹੇ ਅੰਦਰ ਉਹੀ ਆਪਾਂ ਹੈਗੇ ਆ। ਤੇ ਹੁਣ ਆਪਾਂ ਜਿਹੜੇ ਹੈਗੇ ਜਿਹੜਾ 1285 ਅੰਕ ਤੋਂ 17ਵੀਂ ਪੌੜੀ ਉਹਦੇ ਸ਼ਲੋਕ ਲੈਣੇ ਆ। ਸੁਖਵਿੰਦਰ ਜੀ ਤੁਸੀਂ ਕੁਝ ਕਹਿਣਾ ਹੈ? ਬਹੁਤ ਅੱਛੇ ਤਰੀਕੇ ਨਾਲ ਤੁਸੀਂ ਐਕਸਪਲੇਨ ਕਰਤਾ, ਬਹੁਤ ਵਧੀਆ ਜੀ। ਹਾਂਜੀ, ਨਹੀਂ ਕੋਈ ਗੱਲ ਨਹੀਂ। ਬਾਣੀ ਤੇ ਬਹੁਤ ਵਧੀਆ ਜੀ। ਬਸ ਇਹੀ ਸਾਰੀ ਗੇਮ ਹੈ। ਇਹੀ ਬਾਰ-ਬਾਰ ਸਾਨੂੰ ਜਿਹੜੀ ਬਾਣੀ ਵੀ ਸਾਨੂੰ ਇਹੀ ਕਹਿ ਰਹੀ ਹੈ, ਕਿਉਂਕਿ ਉਹਨਾਂ ਨੂੰ ਇਹ ਗਿਆਨ ਆਇਆ ਤੇ ਉਹਨਾਂ ਨੇ ਇਹਨੂੰ ਐਕਸਪਲੇਨ ਕੀਤਾ ਤੇ ਉਹਨੇ ਸਾਨੂੰ ਕਿਹਾ ਵੀ ਤੁਸੀਂ ਇਸੇ ਤਰੀਕੇ ਨਾਲ ਤੁਸੀਂ ਕਰਕੇ ਤੁਸੀਂ ਵੀ ਇਦਾਂ ਹੀ ਨਿਕਲ ਸਕਦੇ। ਹਾਂ, ਮੇਰਾ ਇਹ ਹੁੰਦਾ ਨਾ ਸੁਖਵਿੰਦਰ ਜੀ, ਮੇਰੇ ਅੰਦਰ ਜਿਹੜਾ ਨਾ ਲਾਲਚ ਹੁੰਦਾ ਹੈ। ਮੇਰੇ ਅੰਦਰ ਲਾਲਚ ਕੀ ਹੁੰਦਾ ਕਿ ਜਿੱਥੇ ਵੀ ਨਵੀਂ ਸੰਗਤ ਮੈਂ ਦੇਖਦਾ ਨਾ ਤੇ ਮੇਰੇ ਅੰਦਰ ਹੁੰਦਾ ਕਿ ਇਹਨਾਂ ਨੂੰ ਜਿਹੜਾ ਹੈਗਾ ਥੋੜਾ ਬੇਸਿਕ ਸਮਝਾ ਦਈਏ। ਤੇ ਇਹ ਜਿਹੜਾ ਹੈਗਾ ਜਦ ਵੀ ਗੁਰਬਾਣੀ ਜਿਹੜੀ ਟੀਵੀ ਦੇ ਉੱਤੇ ਜਾਂ ਕਿਤੇ ਜਾਂ ਪਾਠ ਕਰਨ ਤੇ ਇਹਨਾਂ ਨੂੰ ਪਤਾ ਲੱਗੇ ਵੀ ਪਾਠ ਕਹਿ ਕੀ ਰਿਹਾ ਹੈ, ਉਹ ਕੰਮ ਵੀ ਆਪਾਂ ਨੇ ਕਰਨਾ ਹੈ। ਬਸ ਇੰਨਾ ਕਿ ਮੇਰੇ ਅੰਦਰ ਜਿਹੜਾ ਹੈਗਾ ਲਾਲਚ ਹੁੰਦਾ ਹੈ। ਇਹ ਬਹੁਤ ਜ਼ਰੂਰੀ ਹੈ ਬਾਰ-ਬਾਰ ਯਾਦ ਕਰਾਉਣਾ, ਕਿਉਂਕਿ ਉਹ ਇਹੀ ਚੀਜ਼ ਤਾਂ ਹੈ ਸਾਰਾ ਕੁਝ। ਇਹ ਤੋਂ ਬਿਨਾਂ ਕੁਝ ਪੋਸੀਬਲ ਹੀ ਨਹੀਂ ਹੋਰ ਕੁਝ, ਕਿਉਂਕਿ ਅਲਟੀਮੇਟਲੀ ਬਾਣੀ ਨੇ ਵੀ ਇਹੀ ਕਹਿਣਾ। ਇਹ ਵੀ ਤੁਸੀਂ ਸੰਖੇਪ 'ਚ ਸਾਰਾ ਕੁਝ ਦੱਸਤਾ। ਬਾਣੀ ਨੇ ਬਾਰ-ਬਾਰ ਸਾਨੂੰ ਟੋਹ ਰਹੀ ਹੈ, ਬਾਰ-ਬਾਰ 1430 ਅੰਗ ਸਾਨੂੰ ਇਸੇ ਪਾਸੇ ਵੱਲ ਨੂੰ ਤਕੀਦ ਕਰ ਰਿਹਾ ਕਿ ਤੁਸੀਂ ਅਰਦਾਸ ਕਰੋ, ਮਾਲਕ ਅੱਗੇ ਬੈਠੋ, ਨਿਰਵਿਚਾਰ ਹੋ ਕੇ ਬੈਠੋ। ਤੁਹਾਨੂੰ ਆਪਣੇ ਆਪ ਉਹ ਸਿਸਟਮ ਹੈ, ਮਾਲਕ ਨੇ ਬਣਾਇਆ ਸਿਸਟਮ ਕਿ ਉਹਨੇ ਤੁਹਾਨੂੰ ਕੋਈ ਨਾ ਕੋਈ ਮਿਲਾਏਗਾ। ਗੁਰਮੁਖ ਬ੍ਰਹਮ ਗਿਆਨੀ ਕਿਸੇ ਤਰ੍ਹਾਂ ਦਾ ਤੁਹਾਨੂੰ ਉਹਨੇ ਮਤਲਬ ਵਾਂਝਾ ਨਹੀਂ ਰੱਖਿਆ ਕਿਸੇ ਨੂੰ, ਬਿਲਕੁਲ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕਰਦਾ। ਉਹਨੂੰ ਸਭ ਨੂੰ ਦੇਏਗਾ ਉਹ, ਤੇ ਸਭ ਦੇ ਕੋਲ ਆਣਾ ਹੀ ਆਣਾ। ਇਹ ਅੱਜ ਆ ਜੇ, ਕੱਲ ਆ ਜੇ, ਅਗਲੇ ਜਨਮ ਆ ਜੇ, ਉਸ ਤੋਂ ਅਗਲੇ ਜਨਮ ਆ ਜੇ। ਸੋ ਆਪਾਂ ਨੂੰ ਇੰਨਾ ਹੀ ਬੜਾ ਹੈ ਕਿ ਸਾਡਾ ਯੂ ਟਰਨ ਹੋ ਗਿਆ ਕਿ ਅਸੀਂ ਵਾਪਸ ਮੁੜ ਪਏ ਹਾਂ। ਬਸ ਇਹੀ ਮੇਰਾ ਵੀ ਇਹੀ ਹੁੰਦਾ ਵੀ ਆਪਾਂ ਯੂ ਟਰਨ ਲੈ ਲਈਏ।
ਮਾਇਆ ਨੂੰ, ਸਵਾਦਾਂ ਨੂੰ, ਪਦਾਰਥਾਂ ਨੂੰ ਓਨਾ ਕੁ ਲਈਏ ਜਿੰਨਾ ਕੁ ਸਰੀਰ ਦੇ ਵਿੱਚ ਆਪਣੀ ਨੀਡ ਹੈਗੀ। ਗਰੀਡ ਨਾ ਬਣਾਈਏ, ਜਿੰਨੀ ਕੁ ਜ਼ਰੂਰਤ ਆ ਓਨਾ ਕੁ ਲਈਏ ਔਰ ਜਿਹੜਾ ਅਸਲੀ ਸਵਾਸ ਜਿਹੜੇ ਹੈਗੇ ਉਹ ਅਸਲੀ ਕੰਮ ਦੇ ਵਿੱਚ ਲਾ ਦਈਏ ਆਪਣੇ ਸਵਾਸ। ਸ਼ਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ। ਹੁਣ ਆਪਾਂ ਗੁਰੂ ਦੇ ਸ਼ਬਦ ਨੂੰ ਤਾਂ ਵਿਚਾਰਦੇ ਨਹੀਂ। ਗੁਰੂ ਦੇ ਸ਼ਬਦ ਨੂੰ ਬਾਣੀ ਕਹਿੰਦੀ ਹੈ, ਬਾਣੀ ਵਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ। ਬਾਣੀ ਨੂੰ ਤਾਂ ਆਪਾਂ ਵਿਚਾਰਦੇ ਨਹੀਂ, ਆਪਾਂ ਤਾਂ ਸੁਣ ਲਿਆ, ਕੀਰਤਨ ਸੁਣ ਲਿਆ, ਹੋ ਗਿਆ ਕੰਮ। ਵਿਚਾਰਿਆ ਤਾਂ ਹੈ ਹੀ ਨਹੀਂ, ਬਾਣੀ ਕਹਿ ਕੀ ਰਹੀ ਹੈ। ਔਰ ਵਿਚਾਰਨ ਦੇ ਨਾਲ ਵੀ ਗੱਲ ਨਹੀਂ ਬਣਨੀ। ਗੱਲ ਬਣਨੀ ਹੈ ਤਾਂ ਜੋ ਬਾਣੀ ਕਹਿ ਰਹੀ ਹੈ ਉਹ ਕੰਮ ਕਰਨ ਦੇ ਨਾਲ, ਉਹ ਕੰਮ ਤਾਂ ਆਪਾਂ ਕਰਦੇ ਨਹੀਂ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿੱਚ ਬਾਣੀ ਸਿਰਫ ਇੱਕ ਕੰਮ ਕਰਨ ਨੂੰ ਕਹਿ ਰਹੀ ਹੈ। ਉਹ ਕਹਿ ਰਹੀ ਹੈ ਧਿਆਨ ਧਿਆਨ ਧਿਆਨ। ਧਿਆਨ ਕੀ ਹੈ ਮਹਾਰਾਜ ਜੀ? ਧਿਆਨ ਬਈ ਤੂੰ ਸਰੀਰ ਨਹੀਂ ਹੈਗਾ, ਤੂੰ ਆਤਮਾ ਹੈਗਾ। ਆਤਮਾ ਬਣ ਕੇ ਰਹਿ। ਆਤਮਾ ਸੱਚ ਹੈਗੀ, ਸੱਚ ਦਾ ਧਿਆਨ ਕਰ। ਤੂੰ ਝੂਠ ਦੇ ਨਾਲ ਲੱਗਿਆ ਹੋਇਆ। ਇਹ ਸਾਰਾ ਪਰਿਵਾਰ, ਆਕਾਰ, ਸੰਸਾਰ ਝੂਠਾ ਹੈਗਾ। ਇਹਨਾਂ ਦੇ ਅੰਦਰ ਆਤਮਾ ਹੈਗੀ ਸੱਚ। ਇਹਨਾਂ ਨੂੰ ਆਤਮਾ ਸਮਝ ਸਾਰਿਆਂ ਨੂੰ, ਔਰ ਇਹਨਾਂ ਦੀ ਸੇਵਾ ਕਰ, ਚੀਟ ਨਾ ਕਰ ਕਿਸੇ ਨੂੰ। ਇਹ ਸਾਰੇ ਸੰਸਾਰ ਦੇ ਜੀਵ ਇਹ ਸਾਰੇ ਇੱਕੋ ਹੀ ਹੈਗੇ, ਜਿਹਨੂੰ ਪਾਉਣਾ ਆ ਉਹੀ ਹੈਗੇ। ਸਾਵਣੇ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ। ਜਿਹਨੇ, ਜਿਸ ਜੀਵ ਇਸਤਰੀ ਨੇ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰ ਲਈ, ਉਹ ਸਰਸ ਹੋ ਜਾਏਗੀ। ਉਹਦੇ ਅੰਦਰ ਸ਼ਾਂਤੀ ਆਉਣੀ ਸ਼ੁਰੂ ਹੋ ਜਾਏਗੀ, ਉਹਦੇ ਅੰਦਰ ਖੁਸ਼ੀ ਆਉਣੀ ਸ਼ੁਰੂ ਹੋ ਜਾਏਗੀ। ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਔਰ ਫਿਰ ਸੁਹਾਗਣ ਹੋ ਜਾਏਗੀ ਉਹ। ਆਪਾਂ ਤਾਂ ਦੁਹਾਗਣਾ ਹੈਗੀਆਂ। ਦੁਹਾਗਣਾ ਕਿਉਂ ਹੈ? ਵੀ ਪਤੀ ਆਪਣਾ ਹੈਗਾ ਪਰਮਾਤਮਾ, ਔਰ ਆਪਾਂ ਲੱਗੀਆਂ ਆ ਮਾਇਆ ਦੇ ਨਾਲ। ਮਾਇਆ ਨੂੰ ਆਪਾਂ ਨੇ ਪਤੀ ਸਮਝਿਆ। ਆਪਾਂ ਤਾਂ ਦੂਸਰੇ ਬੰਦੇ ਦੇ ਨਾਲ ਹੈਗੇ ਆ। ਆਪਾਂ ਸਾਰੀਆਂ ਜੀਵ ਇਸਤਰੀਆਂ ਹੈਗੀਆਂ ਪਤੀ ਨੂੰ ਛੱਡ ਕੇ, ਤੇ ਆਪਾਂ ਦਾਸੀ ਸੰਗਤ ਪ੍ਰਭੂ ਤਿਆਗ। ਪ੍ਰਭੂ ਨੂੰ ਤਿਆਗਤਾ ਔਰ ਦਾਸੀ ਦੀ ਸੰਗਤ ਕਰ ਲਈ। ਦਾਸੀ ਕਿਹਨੇ ਬਣਾਈ ਆ? ਇਹ ਮਾਇਆ ਕਿਹਨੇ ਬਣਾਈ ਆ? ਇਹ ਭੋਗ ਕਿਹਨੇ ਬਣਾਏ ਆ? ਇਹ ਸਰੀਰ ਕਿਹਨੇ ਬਣਾਇਆ ਹੈ? ਸਰੀਰ ਦੇ ਅੰਦਰ ਇੰਦਰੀਆਂ ਕਿਹਨੇ ਬਣਾਈਆਂ? ਉਸ ਮਾਲਕ ਨੇ, ਉਸ ਪਤੀ ਨੇ। ਔਰ ਆਪਾਂ ਲੱਗੇ ਹਾਂ ਸੰਸਾਰ ਦੇ ਨਾਲ। ਨਾਨਕ ਸਦਾ ਸੁਹਾਗਣੀ, ਉਹ ਹਮੇਸ਼ਾ ਸੁਹਾਗਣ ਰਹੇਗੀ। ਗੁਰ ਕੈ ਹੇਤ ਅਪਾਰ, ਜਿਹਨੂੰ ਗੁਰੂ ਦੇ ਨਾਲ ਪਿਆਰ ਪੈਦਾ ਹੋ ਜਾਏਗਾ। ਪਹਿਲਾਂ ਇਹ ਬਾਣੀ, ਜਿਹੜੀ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਇਸ ਦੇ ਅੰਦਰ ਹੀ ਸਾਰਾ ਕੁਝ ਹੈਗਾ। ਪਹਿਲਾਂ ਇਸ ਗੁਰੂ ਦੇ ਨਾਲ ਪਿਆਰ ਪੈਣਾ ਹੈ। ਗੁਰੂ ਦੇ ਨਾਲ ਪਿਆਰ ਪੈਦਾ ਹੋ ਗਿਆ ਤੇ ਗੁਰੂ ਦੇ ਉੱਤੇ ਈਮਾਨ ਆਏਗਾ, ਗੁਰੂ ਦੇ ਉੱਤੇ ਆਪਾਂ ਨੂੰ ਵਿਸ਼ਵਾਸ ਆਏਗਾ। ਫਿਰ ਆਪਾਂ ਗੁਰੂ ਦੀ ਗੱਲ ਜਿਹੜੀ ਹੈਗੀ ਮੰਨਾਂਗੇ। ਪਹਿਲਾਂ ਸੁਣਾਂਗੇ ਫਿਰ ਮੰਨਾਂਗੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਅਵਲ ਆਕਾਸ਼। ਫਿਰ ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਪਾਵੇਂ ਮੋਖ ਦੁਆਰ, ਮੰਨੇ ਪਰਵਾਰੇ ਸਧਾਰ। ਪਹਿਲਾਂ ਸੁਣਨਾ ਹੈਗਾ, ਪਹਿਲਾਂ ਜਿਹੜਾ ਹੈਗਾ ਸੁਣ ਕੇ ਮੰਨਣਾ ਹੈਗਾ। ਮੰਨਣ ਦੇ ਨਾਲ ਫਿਰ ਪਿਆਰ ਪੈਦਾ ਹੋ ਜਾਏਗਾ ਤਾਂ ਆਪਾਂ ਉਹਨੂੰ ਮੰਨਾਂਗੇ। ਜਦ ਮੰਨ ਲਿਆ ਤੇ ਆਪਾਂ ਉਹ ਕੰਮ ਕਰਾਂਗੇ ਜੋ ਗੁਰਬਾਣੀ ਕਹਿ ਰਹੀ ਹੈ, ਤੇ ਆਪਾਂ ਨਿਰਵਿਚਾਰ ਹੋਵਾਂਗੇ। ਔਰ ਜਿਉਂ ਮੈਂ ਕਹਿੰਦਾ ਪਹਿਲੇ ਦਿਨ ਤੋਂ ਤੁਸੀਂ 1 ਮਿੰਟ 2 ਮਿੰਟ ਜਿਹੜਾ ਹੈਗਾ ਤੁਸੀਂ ਚੁੱਪ ਕਰਕੇ ਬੈਠੋ ਔਰ ਆਪਣੇ ਵਿਚਾਰਾਂ ਨੂੰ ਦੇਖੋ ਔਰ ਵਿਚਾਰਾਂ ਨੂੰ ਛੱਡ ਦਿਓ। ਜੋ ਮਨ ਦੇ ਵਿੱਚ ਵਿਚਾਰ ਆਇਆ ਵੀ ਫਲਾਣੇ ਨੇ ਇਸ ਤਰ੍ਹਾਂ ਕਿਹਾ ਸੀ, ਉਹਨੇ ਇਸ ਤਰ੍ਹਾਂ ਕਿਹਾ ਸੀ, ਅੱਜ ਆਹ ਕਰ ਦੇਣਾ, ਉਹ ਕਰ ਦੇਣਾ, ਫਲਾਣਾ ਟਿਮਕਾ, ਉਹ ਵਿਚਾਰ ਛੱਡੋ। ਵਿਚਾਰ 24 ਘੰਟੇ ਇਹੀ ਕੁਝ ਕਰਦੇ ਰਹਿੰਦੇ। ਸੌਂਦੇ, ਜਾਗਦੇ, ਨਹਾਉਂਦੇ, ਧੋਂਦੇ, ਆਹੀ ਵਿਚਾਰ ਚੱਲੀ ਜਾਂਦੇ ਆ। ਨਾ ਤਾਂ ਆਪਾਂ ਖਾਣਾ ਖਾ ਰਹੇ ਹਾਂ ਸਹੀ ਤਰੀਕੇ ਦੇ ਨਾਲ, ਨਾ ਆਪਾਂ ਡਰਾਈਵ ਕਰ ਰਹੇ ਹਾਂ, ਨਾ ਆਪਾਂ ਜਿਹੜੇ ਹੈਗੇ ਆ ਕਿਤੇ ਜਿਹੜਾ ਹੈਗਾ ਨਹਾ ਰਹੇ ਹਾਂ, ਨਾ ਕੋਈ ਵੀ ਕੰਮ ਕਰਦੇ ਹਾਂ। ਮਨ ਜਿਹੜਾ ਹੈਗਾ ਕਿਤੇ ਦਾ ਕਿਤੇ ਘੁੰਮੀ ਜਾਂਦਾ। ਆਪਾਂ ਆਟੋ ਪਾਇਲਟ 'ਤੇ ਆਪਣੇ ਆਪ ਹੀ ਕੰਮ ਚੱਲੀ ਜਾ ਰਿਹਾ। ਆਪਾਂ ਵਿਚਾਰਾਂ ਦੇ ਵਿੱਚ ਆ। ਮਹਾਰਾਜ ਕਹਿੰਦੇ ਤੂੰ ਕੰਮ ਕਰ, ਜਿਹੜਾ ਕੰਮ ਕਰ ਰਿਹਾ ਉਹਦਾ ਧਿਆਨ ਕਰ ਔਰ ਵਿਚਾਰ ਨਾ ਲੈ। ਆਪਾਂ ਵਿਚਾਰ ਲਈ ਜਾ ਰਹੇ ਹਾਂ। ਬਾਣੀ ਕਹਿੰਦੀ ਮਤਾ ਪਕਾਵੇ ਪਸ਼ਚਿਮ ਕੋ ਪੂਰਬ ਹੀ ਲੈ ਜਾ। ਆਪਾਂ ਜੋ ਵਿਚਾਰ ਕਰਦੇ ਹਾਂ ਉਹ ਜਿਹਾ ਤਾਂ ਹੁੰਦਾ ਹੀ ਨਹੀਂ ਹੈ, ਹੁੰਦਾ ਉਸ ਤੋਂ ਉਲਟ ਹੈਗਾ। ਫਿਰ ਵਿਚਾਰ ਕਿਉਂ ਕਰੀਏ? ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਜੇ ਗੁਰੂ ਦੇ ਨਾਲ ਪਿਆਰ ਪੈਦਾ ਹੋ ਗਿਆ ਤੇ ਫਿਰ ਉਹ ਆਤਮਾ, ਗੁਰੂ ਨੇ ਕੀ ਕਹਿਣਾ ਹੈ? ਗੁਰੂ ਨਹੀਂ ਕਹਿੰਦਾ ਕਿ ਮੇਰੇ ਨਾਲ ਮੇਰੀ ਭਗਤੀ ਕਰ। ਗੁਰੂ ਕਹਿੰਦਾ ਹੈ ਉਹ ਪਰਮਾਤਮਾ ਹੈਗਾ, ਉਹਦੀ ਭਗਤੀ ਕਰ, ਉਸ ਅਪਾਰ ਦੀ ਭਗਤੀ ਕਰ।
ਇਹ ਗੁਰੂ ਜਿਹੜੇ ਹੈਗੇ, ਬ੍ਰਹਮ ਗਿਆਨੀ ਜਿਹੜੇ ਹੈਗੇ, ਇਹ ਵਿਚੋਲੇ ਹੈਗੇ। ਇਹਨਾਂ ਨੇ ਜਿਹੜਾ ਹੈਗਾ ਆਪਣੇ ਨਾਲ ਨਹੀਂ ਜੋੜਨਾ, ਇਹਨਾਂ ਨੇ ਉਸ ਪਰਮ ਆਤਮਾ ਦੇ ਨਾਲ ਜੋੜਨਾ ਹੈ ਜਿਹਦੇ ਵਿੱਚ ਇਹ ਸਮਾ ਗਏ ਆ ਸਾਰੇ ਦੇ ਸਾਰੇ। ਹਾਂਜੀ ਸੁਖਵਿੰਦਰ ਜੀ। ਦੇਖੋ ਇਹਦੇ ਚ ਜਿੱਥੇ ਵੀ ਬਾਣੀ ਦੇ ਵਿੱਚ ਵਿਚਾਰ ਵਰਡ ਆਉਂਦਾ ਨਾ, ਹਾਂ, ਉਹਦਾ ਮਤਲਬ ਹੈ ਪ੍ਰੈਕਟੀਕਲ। ਬਿਲਕੁਲ ਪ੍ਰੈਕਟੀਕਲ। ਜਿੱਥੇ ਵੀ ਗੁਰਬਾਣੀ ਚ ਵਿਚਾਰ ਵਰਡ ਹੈਗਾ ਉਹਦਾ ਮਤਲਬ ਹੈ ਉਹਦਾ ਪ੍ਰੈਕਟੀਕਲ, ਕਿਉਂਕਿ ਗੁਰ ਸ਼ਬਦ ਹੀ ਹੈ। ਗੁਰੂ ਕੋਲ ਵੀ ਆਤਮਾ ਹੀ ਆਈ ਹੈ, ਉਹਨੇ ਆਤਮਾ ਦਾ ਹੀ ਗਿਆਨ ਵੰਡਣਾ, ਉਹਨੇ ਆਤਮਾ ਦਾ ਹੀ ਦੱਸਣਾ ਵੀ ਆਹ ਰਸਤਾ ਹੈਗਾ। ਉਹ ਗੁਰ ਸ਼ਬਦੀ ਜਿਹੜੇ ਉਹ ਜੋ ਉਹਦੇ ਕੋਲ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲਓ, ਉਹਨਾਂ ਨੇ ਉਸੇ ਤਰ੍ਹਾਂ ਹੀ ਦੱਸਣਾ। ਉਹ ਕਹਿੰਦੇ ਵੀ ਸਾਵਣ ਦੇ ਮਹੀਨੇ ਚ ਕੀ ਹੁੰਦਾ, ਸਾਵਣ ਦੇ ਮਹੀਨੇ ਚ ਜੀਵ ਇਸਤਰੀ ਜਿਹੜੀ ਹੈ ਉਹ ਜਾਂ ਹਰਾ ਭਰਾ ਜਿਹੜੀ ਬਨਸਪਤੀ ਕਦੋਂ ਹੁੰਦੀ ਹੈ, ਕਿਉਂ ਸ਼ੈਬਰ ਲੱਗਦੀ ਹੈ। ਹਾਂ, ਉਹ ਜਦੋਂ ਗਿਰਦੀ ਉਹ ਪ੍ਰੈਕਟੀਕਲ ਹੋ ਰਿਹਾ ਨਾ, ਉਹ ਕੋਈ ਗੱਲਾਂ ਬਾਤਾਂ ਨਾਲ ਨਹੀਂ ਹੋ ਰਿਹਾ ਕੁਛ, ਉਹ ਪ੍ਰੈਕਟੀਕਲ ਦੇ ਨੂੰ ਪ੍ਰੈਕਟੀਕਲ ਨਾਲ ਹੀ ਸਮਝਾ ਰਹੇ ਨੇ ਸਾਨੂੰ। ਬਸ ਗੁਰੂ ਦੀ ਮੱਤ ਕਹਿੰਦੇ ਕਿ ਤੁਸੀਂ ਇਹ ਕੰਮ ਕਰੋ ਬਸ। ਹਾਂ, ਜੋ ਗੁਰੂ ਦੀ ਮੱਤ ਕਹਿ ਰਹੀ ਆ ਉਹਨੂੰ ਵਿਚਾਰ ਲਓ ਔਰ ਪ੍ਰੈਕਟੀਕਲ ਕਰੋ ਉਹਦਾ। ਉਹ ਕਹਿੰਦੇ ਮੇਰੇ ਕੋਲ ਗੁਰੂ ਸਾਹਿਬ ਵੀ ਕਹਿ ਰਹੇ ਨੇ ਵੀ ਉਹ ਸ਼ਬਦ ਜਿਹੜਾ ਮੇਰੇ ਅੰਦਰ ਆਇਆ ਤੇਰੇ ਅੰਦਰ ਵੀ ਆਊਗਾ। ਹਾਂ, ਉਹ ਆਤਮਾ ਤੇਰੇ ਅੰਦਰ ਵੀ ਆਉਣੀ ਹੈ, ਪ੍ਰਗਟ ਹੋਣੀ ਹੈ, ਇਹ ਲਾਜ਼ਮੀ ਹੈ। ਤੂੰ ਕਰ ਤਾਂ ਸਹੀ, ਤੂੰ ਆਪਣੇ ਆਪ ਨੂੰ ਡ੍ਰੌਪ ਤਾਂ ਕਰ, ਤੂੰ ਉਹਦੇ ਵਾਸਤੇ ਕੁਝ ਥੋੜਾ ਬਹੁਤ ਤਾਂ ਬੈਠ ਵੀ ਤੂੰ ਦੇਖ ਤਾਂ ਸਹੀ ਵੀ ਤੂੰ ਪ੍ਰੈਜ਼ੈਂਟ ਮੋਮੈਂਟ 'ਚ ਹੀ ਆ ਜਾ। ਤੈਨੂੰ ਆਪਣਾ ਹੋਸ਼ ਨਹੀਂ, ਤੂੰ ਬੇਹੋਸ਼ੀ 'ਚ ਜੋ ਖਾ ਰਿਹਾ ਤਾਂ ਨਹੀਂ ਤੈਨੂੰ ਪਤਾ, ਤੁਹਾਡੀ ਗੱਲ ਹੁਣੇ ਕੀਤੀ ਹੈ, ਨਹਾ ਰਿਹਾ ਤੈਨੂੰ ਤਾਂ ਨਹੀਂ ਪਤਾ, ਤੂੰ ਜਾ ਰਿਹਾ ਤੈਨੂੰ ਤਾਂ ਨਹੀਂ ਪਤਾ। ਤੂੰ ਘੱਟੋ ਘੱਟ ਚੈੱਕ ਲਾ ਦੇ ਵੀ ਕਿੱਧਰ ਚੱਲੇ, ਤੈਨੂੰ ਪਤਾ ਤਾਂ ਹੋਵੇ ਘੱਟੋ ਘੱਟ ਮੈਂ ਆਹ ਕੰਮ ਕਰ ਰਿਹਾ ਬਸ। ਐਕਚੁਅਲੀ ਇਹ ਛੋਟੀਆਂ ਗੱਲਾਂ ਨਾਲ ਅਸੀਂ ਪ੍ਰੈਜ਼ੈਂਟ ਮੋਮੈਂਟ 'ਚ ਆ ਜਾਵਾਂਗੇ। ਐਕਚੁਅਲੀ ਸੁਖਵਿੰਦਰ ਜੀ ਪਤਾ ਕੀ ਹੈ, ਇਹੀ ਤਾਂ ਗੇਮ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਫਰੀਦ ਜੀ ਕਹਿੰਦੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਇਹ ਜਿਹੜੀਆਂ ਇਹ ਵਿਸ ਗੰਦਲਾਂ ਹੈਗੀਆਂ ਖੰਡ ਉੱਤੇ ਲਪੇਟੀ ਹੋਈ ਹੈ, ਸਵਾਦ ਦੇ ਰਹੀਆਂ ਇਹ ਸਿਰਫ ਦੁਨੀਆ ਦੇ ਭੋਗ ਜਿਹੜੇ ਹੈਗੇ, ਦੁਨੀਆ ਦਾ ਖਾਣਾ ਜਿੰਨਾ ਮਰਜ਼ੀ ਖਾ ਲਓ, ਜਿੰਨਾ ਮਰਜ਼ੀ ਭੋਗ ਲਓ। ਮਾਲਕ ਕਹਿੰਦਾ, ਮਹਾਰਾਜ ਕਹਿੰਦੀ, ਬਾਣੀ ਕਹਿੰਦੀ ਹੈ ਇਹਦੇ ਵਿੱਚ ਤੂੰ ਜਿਹੜਾ ਹੈਗਾ ਸੈਟਿਸਫਾਈ ਨਹੀਂ ਹੋ ਸਕਦਾ, ਤੇਰੀ ਪਿਆਸ ਵੱਧ ਸਕਦੀ ਆ, ਘਟ ਨਹੀਂ ਸਕਦੀ। ਜਿਉਂ-ਜਿਉਂ ਇਨਸਾਨ ਦੀ ਉਮਰ ਵੱਧਦੀ ਆ, ਮੈਂ ਉਮਰ ਵੱਧਦੀ ਕਹਿ ਦਿੱਤੀ, ਐਕਚੁਅਲੀ ਉਮਰ ਘਟਦੀ ਆ। ਜਿਉਂ-ਜਿਉਂ ਇਨਸਾਨ ਸੌਂ ਬੀਤਦਾ ਹੈ, ਇਨਸਾਨ ਦੀ ਉਮਰ ਘਟਦੀ ਆ, ਤਿਉਂ-ਤਿਉਂ ਇਨਸਾਨ ਦੀ ਤ੍ਰਿਸ਼ਨਾ ਵੱਧਦੀ ਆ। ਮਨ ਬੁੱਢਾ ਨਹੀਂ ਹੁੰਦਾ, ਉਹਦੀ ਤ੍ਰਿਸ਼ਨਾ ਵਧੀ ਜਾਂਦੀ ਆ ਔਰ ਉਮਰ ਜਿਹੜੀ ਘਟੀ ਜਾਂਦੀ ਆ। ਔਰ ਇੱਕ ਹੋਰ ਚੀਜ਼ ਆ, ਆਪਣੇ ਅੰਦਰ ਜਿਹੜੀ ਹੈਗੀ ਆ ਬੁਢੇਪਾ ਜਿਹੜਾ ਹੈਗਾ ਆਈ ਜਾਂਦਾ ਹੈ, ਆਪਾਂ ਕਮਜ਼ੋਰ ਹੋਈ ਜਾਂਦੇ ਹਾਂ। ਆਹ ਚੀਜ਼ ਹੋਈ ਜਾਂਦੀ ਹੈ। ਇਸ ਕਰਕੇ ਭਾਈ ਇਹ ਸਫ਼ਰ ਜਿੰਨੀ ਮੈਂ ਕਹਿੰਦਾ ਜਦੋਂ ਵੀ ਆਪਾਂ ਨੂੰ ਚੇਤਨ ਹੋ ਗਏ ਉਸੇ ਟਾਈਮ ਤੋਂ ਯੂ ਟਰਨ ਲੈ ਲਓ। ਬਾਣੀ ਕਹਿੰਦੀ ਹੈ ਪੰਜਵੀਂ ਪਾਤਸ਼ਾਹੀ, ਪਿੱਛਾ ਨਾ ਫੇਰ ਮੁਹੱਡੜਾ ਗਾਹਾਂ ਕੂ ਤਰਾਂਗ। ਕਹਿੰਦੇ ਪਿੱਛੇ ਨੂੰ ਨਾ ਦੇਖ, ਪਿੱਛੇ ਨੂੰ ਮੋਢਾ ਨਾ ਕਰ। ਜੋ ਪਿੱਛੇ ਹੋ ਗਿਆ ਉਹ ਗੁਜ਼ਰ ਗਿਆ, ਉਹ ਪਾਣੀ ਚਲਾ ਗਿਆ ਪੁਲ ਦੇ ਥੱਲੋਂ, ਉਹਨੂੰ ਕੁਛ ਨਹੀਂ ਕਰ ਸਕਦਾ ਤੂੰ। ਜੋ ਜਿਹੜਾ ਕੰਮ ਜਿਹੜਾ ਹੈਗਾ ਹੁਣ ਜਿੰਨੇ ਤੀਰ ਤੇਰੀ ਤਰਕਸ਼ ਦੇ ਵਿੱਚ ਹੈਗੇ ਉਹ ਤੀਰ ਸਮਝ ਕੇ ਚਲਾ ਲਾ। ਜਿੰਨੇ ਸਵਾਸ ਹੈਗੇ ਤੇਰੇ ਕੋਲ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਜ਼ ਕਰ ਲਾ। ਤੇ ਅੱਗੇ ਜਿਹੜਾ ਹੈਗਾ ਫਿਰ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਆ ਗਿਆ, ਸਾਵਣੇ। ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ, ਬੋਲੋ। ਹਾਂਜੀ, ਇੱਕ ਲਾਈਨ ਲਾਸਟ ਦੇ ਵਿੱਚ ਦੇਖੋ, ਫਿਰ ਉਹ ਕਹਿ ਰਹੇ ਸਦਾ ਸੁਹਾਗਣੀ। ਤੂੰ ਸਦਾ ਲਈ ਸੁਹਾਗਣ ਦਾ ਮਤਲਬ ਤੂੰ ਦੋ ਸਮਝੇ ਬੈਠਾ, ਦੋ ਆ ਮੈਂ। ਮਨ ਮੇਰਾ ਸਰੀਰ ਉਹ ਅਲੱਗ ਹੈ, ਮੈਂ ਉਹਦੇ ਨਾਲੋਂ ਅਲੱਗ ਆ, ਕੋਈ ਅਲੱਗ ਆਇਡੈਂਟੀ ਹੈ ਮੇਰੀ। ਤੂੰ ਸੁਹਾਗਣ ਹੋ ਜਾ, ਸੁਹਾਗਣ ਮਤਲਬ ਇੱਕ ਹੋ ਜਾਏਗਾ, ਤੂੰ ਇੱਕ ਹੋ ਜਾਏਗਾ। ਤੂੰ ਸਿਰਫ ਇੱਕ ਬਸ ਕੰਮ ਇੱਕੋ ਹੀ ਕਰ ਜੋ ਗੁਰੂ ਕਹਿ ਰਹੇ ਨੇ। ਤੂੰ ਉਹਨਾਂ ਦੇ ਅਨੁਸਾਰ ਆਪਣੀ ਕਾਰਵਾਈ ਨਿਰਵਿਚਾਰ ਹੋ ਕੇ ਬੈਠ ਤੇ ਤੂੰ ਇੱਕ ਦੇ ਵਿੱਚ, ਕਿਉਂਕਿ ਉਹਨੂੰ ਤੂੰ ਪੈਦਾ ਉਹਨੂੰ ਤੂੰ ਹੋਰ ਕੁਝ ਨਹੀਂ ਕਰ ਸਕਦਾ, ਤੂੰ ਉਹਦੇ ਵਿੱਚ ਮਰਜ ਹੋ ਸਕਦਾ। ਬਸ ਬਿਲਕੁਲ ਉਹਦੇ ਵਿੱਚ ਮਰਜ ਹੋ ਸਕਦਾ, ਤਾਂ ਹੀ ਤੂੰ ਸੁਹਾਗਣ ਬਣੇਗਾ। ਅਦਰਵਾਈਜ਼ ਤਾਂ ਦੁਹਾਗਣ ਹੈ। ਜੇ ਟੁੱਟੇ ਹੋਏ ਆ ਤਾਂ ਦੁਹਾਗਣ ਹੀ ਆ ਅਸੀਂ। ਬਿਲਕੁਲ। ਜੇ ਆਪਾਂ ਆਤਮਾ ਵਾ ਸੱਚ ਆਪਣੇ ਜੀਵਨ 'ਚ ਨਹੀਂ ਹੈ, ਜੇ ਆਪਣੇ ਜੀਵਨ 'ਚ ਜੇ ਆਪਾਂ ਸੱਚ ਵੱਲ ਨੂੰ ਨਹੀਂ ਚੱਲ ਰਹੇ, ਸੱਚ ਹੈਗੀ ਆਤਮਾ, ਸੱਚ ਹੈਗਾ ਪਰਮਾਤਮਾ, ਜੇ ਇਸ ਤੋਂ ਇਲਾਵਾ ਆਪਾਂ ਕਿਤੇ ਹੋਰ ਆਪਣੇ ਅੰਦਰ ਕਿਤੇ ਹੋਰ ਆਪਣਾ ਲਕਸ਼ ਹੈਗਾ, ਕਿਤੇ ਹੋਰ ਪਾਸੇ ਆਪਾਂ ਗਤੀ ਕਰ ਰਹੇ ਜਾ ਰਹੇ ਹਾਂ, ਤੇ ਆਪਾਂ ਜਿਹੜੇ ਹੈਗੇ ਦੁਹਾਗਣ ਹੈਗੇ ਔਰ ਜਿਹੜੇ ਹੈਗੇ ਝੂਠ ਦੇ ਨਾਲ ਜੁੜੇ ਹੋਏ ਆ, ਮਾਇਆ ਦੇ ਨਾਲ ਧੋਖਾ ਖਾ ਰਹੇ। ਬਸ ਸੱਚ ਹੈਗੀ ਆਤਮਾ, ਸੱਚ ਹੈਗਾ ਪਰਮਾਤਮਾ। ਜਿਹੜੀ ਜੀਵ ਇਸਤਰੀ ਸੱਚ ਦੇ ਨਾਲ ਜੁੜੀ ਆ ਉਹ ਸੁਹਾਗਣ ਸੁਹਾਗ ਵੱਲ ਨੂੰ ਆ, ਤੇ ਜਿਹੜੀ ਹੈ ਕੱਚ ਦੇ ਨਾਲ ਮਾਇਆ ਦੇ ਨਾਲ ਜੁੜੀ ਹੈ ਉਹ ਜਿਹੜੀ ਦੁਹਾਗਣ ਹੈਗੀ।
ਬਸ ਇੰਨੀ ਕੀ। ਔਰ ਕਹਿੰਦੇ ਆ ਅੱਗੇ ਕਹਿ ਰਹੇ ਸਾਵਣੇ ਦੱਜੇ ਗੁਣ ਬਾਹਰੀ ਜਿਸ ਦੂਜੇ ਭਾਏ ਪਿਆਰ। ਕਹਿੰਦੇ ਉਹਦੇ ਕੋਲ ਤਾਂ ਗੁਣ ਹੀ ਨਹੀਂ ਹੈ। ਸਾਵਣ ਦਾ ਮਹੀਨਾ ਹੈ, ਉਮਰ ਮਨੁੱਖ ਦੀ ਮਿਲੀ ਹੋਈ ਹੈ, ਆਹੀ ਸਾਵਣ ਦਾ ਮਹੀਨਾ ਹੈ। ਸਾਵਣ ਦਾ ਮਹੀਨਾ ਕਿਹੜਾ ਹੈ? ਆ ਮਨੁੱਖੀ ਜੂਨ ਦੇ ਵਿੱਚ ਸਵਾਸ ਜਿੰਨੇ ਆ ਇਹੀ ਸਾਵਣ ਦਾ ਮਹੀਨਾ ਹੈ। ਕਹਿੰਦੇ ਇਹਦੇ ਵਿੱਚ ਵੀ ਸੜੂਗੀ। ਦੱਜੇ ਮਤਲਬ ਸੜਦੀ ਆ ਵਿਚਾਰਾਂ ਦੇ ਵਿੱਚ, ਗੁਣ ਨਹੀਂ ਹੈਗੇ। ਸਾਵਣ ਦੱਜੇ ਬਾਹਰੀ ਗੁਣ ਬਾਹਰੀ ਜਿਸ ਦੂਜੇ ਪਾਏ ਪਿਆਰ। ਦੂਜਾ ਪਾਏ ਕੀ ਹੈ? ਦੂਜੇ ਦੇ ਨਾਲ ਪਿਆਰ ਹੈ, ਪਰ ਪੁਰਸ਼ ਦੇ ਨਾਲ ਪਿਆਰ ਹੈ। ਪਰ ਪੁਰਸ਼ ਕੀ ਹੈ? ਮਾਇਆ। ਪਰਮਾਤਮਾ ਨੂੰ ਛੱਡ ਕੇ, ਆਤਮਾ ਨੂੰ ਛੱਡ ਕੇ। ਨਾਨਕ ਪਿਰ ਕੀ ਸਾਰ ਨਾ ਜਾਣੀ ਸਭ ਸਿੰਗਾਰ ਖੁਆਰ। ਕਹਿੰਦੇ ਪਤਾ ਹੀ ਨਹੀਂ ਹੈ ਪਤੀ ਦੇ ਬਾਰੇ, ਆਤਮਾ ਦੇ ਬਾਰੇ, ਸੱਚ ਦੇ ਬਾਰੇ। ਤੇ ਤੇਰਾ ਸਾਰਾ ਸਿੰਗਾਰ ਜੋ ਕੁਛ ਵੀ ਕਰ ਰਿਹਾ ਆ ਪਾਏ, ਇਹ ਸਰੀਰ ਨੂੰ ਜੋ ਵੀ ਸਰੀਰ ਦੇ ਉੱਤੇ ਸਿੰਗਾਰ ਕਰ ਰਹੇ ਜਾਂ ਹੋਰ ਜਿਹੜੇ ਕਰਮ ਕਾਂਡ ਕਰ ਰਹੇ ਆ, ਜੇ ਹੋਰ ਜਿਹੜੇ ਕਰਮ ਕਾਂਡ ਕਰ ਰਹੇ ਆ, ਜੋ ਕੁਛ ਵੀ ਕਰ ਰਹੇ ਆ ਭਾਈ, ਜੋ ਕੁਛ ਵੀ ਕਰ ਰਹੇ ਆ, ਜੇ ਸੱਚ ਵੱਲ ਨੂੰ ਨਹੀਂ ਜਾ ਰਿਹਾ, ਆਤਮਾ ਵੱਲ ਨੂੰ ਨਹੀਂ ਜਾ ਰਿਹਾ, ਤੇ ਤੇਰੇ ਸਾਰਾ ਦਾ ਸਾਰਾ ਸਿੰਗਾਰ ਖੁਆਰ ਹੈਗਾ। ਹਾਂਜੀ ਸੁਖਵਿੰਦਰ ਜੀ ਬਿਲਕੁਲ ਠੀਕ ਕਹਿ ਰਹੇ ਨੇ। ਜੇ ਤੇਰਾ ਪਿਆਰ ਮਾਇਆ ਵੱਲ ਨੂੰ ਹੈ, ਤੂੰ ਨਿਰਵਿਚਾਰ ਹੋ ਕੇ ਤੂੰ ਉਧਰ ਨਿਰੰਕਾਰ ਵੱਲ ਨੂੰ ਤੇਰੀ ਨਹੀਂ ਸੁਰਤ ਜਾ ਰਹੀ, ਤੇਰੀ ਸੁਰਤ ਬਾਹਰ ਜਾ ਰਹੀ ਹੈ, ਤਾਂ ਤੂੰ ਗੁਣਾਂ ਤੋਂ ਸਖਣਾ ਹੀ ਰਹੇਗਾ। ਫਿਰ ਬਿਲਕੁਲ ਤੁਹਾਨੂੰ ਆਵਾਜ਼ ਆ ਰਹੀ ਹੈ? ਕਿਉਂਕਿ ਗੁਣ ਸਾਰੇ ਪਰਮਾਤਮਾ ਕੋਲੋਂ ਆ ਰਹੇ। ਠੀਕ ਹੈ ਜੀ। ਗੁਣ ਸਾਰੇ ਪਰਮਾਤਮਾ ਕੋਲ, ਉਸ ਆਤਮਾ ਦੇ ਵਿੱਚ ਨੇ ਸਾਰੇ। ਬਾਕੀ ਜਗ੍ਹਾ ਸਭ ਕੁਝ ਔਗਣ ਹੀ ਔਗਣ ਨੇ। ਅਸੀਂ ਔਗਣਾਂ ਦਾ ਹੀ ਵਿਹਾਰ ਕਰ ਰਹੇ ਹਾਂ, ਇਹੀ ਅਸੀਂ ਵਿਹਾਜ ਰਹੇ ਹਾਂ, ਇਸੇ ਦਾ ਹੀ ਅਸੀਂ ਇਕੱਠਾ ਕਰ ਰਹੇ ਹਾਂ ਸਾਰਾ। ਤੇ ਉਹ ਫਿਰ ਤਾਂ ਔਗਣਾਂ ਜੀ ਰਹਿਣਾ। ਕਹਿੰਦੇ ਫਿਰ ਪਤਾ ਕਿਵੇਂ ਲੱਗੂਗਾ ਵੀ ਮੈਂ ਕੌਣ, ਮੈਂ ਕਰਨ ਕੀ ਆਇਆ? ਮੇਰਾ ਲਕਸ਼ ਤਾਂ ਪਰਮਾਤਮਾ ਹੋਣਾ ਸੀ, ਤੇ ਮੈਂ ਕਿੱਥੇ ਫਸਿਆ? ਸੌਰੀ ਨਹੀਂ ਕੋਈ ਗੱਲ ਨਹੀਂ। ਕਿੱਥੇ ਫਸਿਆ? ਮੇਰਾ ਸਭ ਜਿੰਨਾ ਵੀ ਮੈਂ ਜੋ ਵੀ ਕੁਝ ਕੀਤਾ, ਜੋ ਵੀ ਮੈਂ ਸੰਸਾਰਿਕ ਕੰਮ ਕੀਤੇ, ਸਭ ਮੇਰਾ ਵੇਸਟ ਹੋ ਗਿਆ, ਸਿੰਗਾਰ ਬੇਕਾਰ ਗਿਆ ਮੇਰਾ। ਤੇ ਉਹ ਅਸਲੀ ਜਿਹੜਾ ਲਕਸ਼ ਹੈ ਸਾਡਾ ਉਹੀ ਹੋਣਾ ਚਾਹੀਦਾ ਕਿ ਅਸੀਂ ਉਸ ਆਤਮਾ ਦੇ ਵੱਲ ਨੂੰ ਗਤੀ ਕਰੀਏ। ਹਾਂ, ਔਰ ਜੋ ਆਪਾਂ ਬਾਣੀ ਹੈਗੀ ਨਾ, ਇਹ ਬਾਣੀ ਜਿਹੜੀ ਹੈਗੀ ਇਹ GPS ਹੈਗਾ। ਇਸ ਬਾਣੀ ਦਾ ਇੱਕੋ ਹੀ ਕੰਮ ਹੈਗਾ, ਇਹਨੇ ਆਪਾਂ ਨੂੰ ਸੱਚ ਦੇ ਨਾਲ ਪਿਆਰ ਪਾ ਦੇਣਾ। ਜੇ ਬਾਣੀ ਦੇ ਨਾਲ ਆਪਣਾ ਪਿਆਰ ਪਰਮਾਤਮਾ ਦੇ ਨਾਲ, ਸੱਚ ਦੇ ਨਾਲ, ਆਤਮਾ ਦੇ ਨਾਲ ਨਹੀਂ ਪੈ ਰਿਹਾ, ਤੇ ਬਾਣੀ ਪੜਨ ਦਾ ਫਾਇਦਾ ਕੀ ਹੈ ਭਾਈ? ਫਿਰ ਫਾਇਦਾ ਕੀ ਹੈ ਦੱਸੋ? ਕੀ ਫਾਇਦਾ ਹੈ? ਕੋਈ ਫਾਇਦਾ ਨਹੀਂ ਹੈ। ਜੇ ਆਪਣਾ ਪਿਆਰ ਹੀ ਨਹੀਂ ਪਿਆ, ਜੋ ਬਾਣੀ ਕਹਿ ਰਹੀ ਹੈ ਉਹ ਕੰਮ ਹੀ ਨਹੀਂ ਕੀਤਾ। ਬਾਣੀ ਤਾਂ ਕਹਿੰਦੀ ਹੈ ਤੂੰ ਮਨੁੱਖ ਜੂਨਿਆ, ਤੂੰ ਐਸ ਜੂਨ ਤੇ ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆਪਾਂ ਜੇ ਗੋਬਿੰਦ ਨੂੰ ਮਿਲਣ ਦਾ ਕੰਮ ਕੀਤਾ ਹੀ ਨਹੀਂ, ਤੇ ਫਿਰ ਮਨੁੱਖ ਜੂਨ ਨਹੀਂ ਮਿਲਣੀ ਪਾਈ, ਨਹੀਂ ਮਿਲਣੀ। ਸਾਵਣ ਇਹ ਹੋ ਗਿਆ ਜੀ। ਅੱਗੇ ਪੌੜੀ ਆ ਗਈ। ਹੁਣ ਦੇਖੋ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਔਰ ਕੀ ਗਿਆਨ ਦੇ ਰਹੇ? ਪੌੜੀ ਸੱਚਾ ਅਲਖ ਅਭਿਓ ਹਠ ਨਾ ਪਤੀ ਜਈ। ਕਹਿੰਦੇ ਉਹ ਪਰਮਾਤਮਾ ਸੱਚਾ ਹੈਗਾ, ਉਹ ਪਰਮਾਤਮਾ ਹੈਗੀ ਜੋ ਤੇਰੀ ਆਤਮਾ ਹੈ, ਤੂੰ ਆਤਮਾ ਵੀ ਸੱਚੀ, ਉਹ ਵੀ ਸੱਚਾ ਹੈਗਾ। ਉਹ ਹਠ ਦੇ ਨਾਲ ਨਹੀਂ ਪਤੀਜਦਾ। ਜਿੰਨਾ ਹਠ ਕਰੇਗਾ, ਮੈਂ ਤਾਂ ਜੀ ਇੰਨਾ ਜਿਹੜਾ ਹੈਗਾ ਆਹ ਪਾਠ ਇੰਨਾ ਕਰਨਾ ਹੈ, ਇੰਨੇ ਅੰਗ ਜੋ ਰੋਜ਼ ਕਰਨੇ ਆ, ਇੱਥੇ ਜਿਹੜਾ ਹੈਗਾ ਠੰਡੇ ਪਾਣੀ ਨਹਾਉਣਾ, ਇੱਥੇ ਦਰਸ਼ਨ ਕਰਨੇ, ਇੱਥੇ ਮੱਥਾ ਟੇਕਣਾ, ਇੱਥੇ ਆਹ ਕਰਨਾ, ਇੱਥੇ ਸਾਰਾ। ਕਹਿੰਦੇ ਹਠ ਦੇ ਨਾਲ ਨਹੀਂ ਪਤੀਜਦਾ। ਉਹ ਹਠ ਕਰਕੇ ਬੈਠਾਂਗੇ ਨਹੀਂ ਪਤੀਜਦਾ। ਉਹਦੇ ਅੱਗੇ ਬੇਨਤੀ ਕਰਨੀ ਪਊਗੀ। ਸੱਚਾ ਅਲਖ ਅਪਿਓ ਹਠ ਨਾ ਪਤੀਜਈ, ਇੱਕ ਗਾਵੇਂ ਰਾਗ ਪਰੀਆਂ ਰਾਗੇ ਨਾ ਭੀਜਈ। ਆ ਲਓ, ਕਿੰਨੇ ਮਰਜੀ ਰਾਗੀ ਹੈ, ਕਿੰਨੇ ਰਾਗੀ ਹੈ, ਕਿੰਨੇ ਮਰਜੀ ਕਹਿੰਦੇ ਰਾਗ ਗਾ ਲੈਣ, ਭਾਵੇਂ ਰਾਗਣੀਆਂ ਗਾ ਲੈਣ। ਰਾਗ ਪਰੀਆਂ ਕਹਿੰਦੇ ਰਾਗਣੀਆਂ, ਰਾਗਾਂ ਦੀਆਂ ਰਾਗਣੀਆਂ। ਕਹਿੰਦੇ ਇੱਕ ਗਾਵੇਂ ਰਾਗ ਪਰੀਆਂ ਰਾਗੇ ਨਾ ਭੀਜਈ। ਕਹਿੰਦੇ ਨਹੀਂ ਭੇਜਦਾ ਰਾਗ ਦੇ ਨਾਲ। ਫਿਰ ਤਾਂ ਸਾਰੇ ਰਾਗੀ ਜਿਹੜੇ ਹੈਗੇ ਇਹ ਤਾਂ ਸਾਰੇ ਮੁਕਤ ਹੋਣੇ ਚਾਹੀਦੇ ਸੀ। ਇਹ ਸਾਰੇ ਦੇ ਸਾਰੇ ਬ੍ਰਹਮ ਗਿਆਨੀ ਹੋਣੇ ਚਾਹੀਦੇ ਸੀ। ਇਹ ਤਾਂ ਸਾਰੇ ਦੇ ਸਾਰੇ ਜਿਹੜੇ ਹੈਗੇ, ਇਹਨਾਂ ਦਾ ਜੀਵਨ ਤਾਂ ਆਪਣੇ ਨਾਲੋਂ ਵੀ ਗਿਆ ਗੁਜ਼ਰਾਈ। ਇੱਕ ਗਾਵੇਂ ਰਾਗ ਭਰੀਆਂ ਰਾਗੇ ਨਾ ਭੀਜਈ, ਇੱਕ ਨੱਚ ਪੂਰੇ ਤਾਲ ਭਗਤ ਨਾ ਕੀਜਈ। ਕਈ ਦੇਖ ਲਓ ਰਾਸ ਲੀਲਾ ਪਾਉਂਦੇ ਆ, ਕੋਈ ਨੱਚਦੇ ਆ, ਟੱਪਦੇ ਆ ਜਿਹੜੇ ਹੈਗੇ। ਇਸੇ ਨੂੰ ਜਿਹੜਾ ਹੈਗਾ ਮੰਦਿਰਾਂ ਦੇ ਵਿੱਚ ਦੇਖ ਲਓ, ਇਸੇ ਨੂੰ ਭਗਤੀ ਸਮਝਦੇ।
ਕਹਿੰਦੇ ਇਹ ਤਾਂ ਭਗਤ ਹੈ ਨਹੀਂ, ਭਗਤੀ ਹੈ ਨਹੀਂ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀਜਈ, ਇਹ ਥੋੜੀ ਨਾ ਭਗਤੀ ਹੈ। ਇੱਕ ਅੰਨ ਨਾ ਖਾਏ ਮੂਰਖ ਤਿਨਾ ਕਿਆ ਕੀਜਈ। ਕਈ ਐਸੇ ਹੈ ਕਹਿੰਦੇ ਅਸੀਂ ਤਾਂ ਜੀ ਅੰਨ ਤਿਆਗ ਦਿੱਤਾ, ਇਹ ਜੀ ਲਓ ਦੁੱਧ ਦਾ ਧਾਰੀ ਹੈਗੇ ਜੀ, ਇਹ ਜੀ ਫਲਾਨਾ ਹੈ ਟਿਮਕਾ ਹੈ। ਕਹਿੰਦੇ ਉਹ ਤਾਂ ਮੂਰਖ ਹੈਗੇ, ਉਹਨਾਂ ਦਾ ਕੀ ਕਰੀਏ। ਕਹਿੰਦੇ ਉਹਨਾਂ ਦਾ ਮੈਂ ਕੀ ਗੱਲ ਕਰਾਂ। ਕਹਿੰਦੇ ਪਹਿਲੀ ਪਾਤਸ਼ਾਹੀ ਕਹਿੰਦੀ ਮੈਂ ਉਹਨਾਂ ਦੀ ਕੀ ਗੱਲ ਕਰਾਂ। ਇੱਕ ਅੰਨ ਨਾ ਖਾਵੇਂ ਮੂਰਖ ਤਿਨਾ ਕਿਆ ਕੀਜਈ, ਉਹਨਾਂ ਦਾ ਕੀ ਕਰੀਏ। ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ। ਔਰ ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ ਜਿੰਨਾ ਮਰਜ਼ੀ ਬਾਹਰੋਂ ਆਪਾਂ ਧਰਮ ਦੀ ਗ੍ਰੰਥ ਪੜ੍ਹ ਲਈਏ, ਜਿਹੜਾ ਜੋ ਮਰਜ਼ੀ ਆਪਾਂ ਕਰ ਲਈਏ, ਜਦ ਤੱਕ ਆਪਾਂ ਆਪਣੇ ਮਨ ਨੂੰ ਕੰਟਰੋਲ ਨਹੀਂ ਕਰਦੇ, ਜਦ ਤੱਕ ਆਪਣੇ ਵਿਚਾਰ ਨਹੀਂ ਬੰਦ ਕਰਦੇ, ਤਦ ਤੱਕ ਕੋਈ ਗੱਲ ਨਹੀਂ ਬਣ ਨਹੀਂ ਪਾਏ। ਤ੍ਰਿਸ਼ਨਾ ਨਹੀਂ ਰੁਕਣੀ। ਇਹ ਪਦਾਰਥਾਂ ਦੀ ਤ੍ਰਿਸ਼ਨਾ, ਸਵਾਦਾਂ ਦੀ ਤ੍ਰਿਸ਼ਨਾ, ਸੰਸਾਰ ਦੀ ਖਿੱਚ ਜਿਹੜੀ ਹੈਗੀ, ਮੋਹ ਜਿਹੜਾ ਹੈਗਾ ਨਹੀਂ ਜਾਏਗਾ। ਤ੍ਰਿਸ਼ਨਾ ਹੋਈ ਬਹੁਤ, ਕਹਿੰਦੇ ਵੱਧ ਜਾਏਗੀ। ਗਾਰੰਟੀ ਦੇ ਰਹੇ ਪਹਿਲੀ ਪਾਤਸ਼ਾਹੀ। ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ, ਕਿਸੇ ਤਰੀਕੇ ਦੇ ਨਾਲ ਧੀਰਜ ਨਹੀਂ ਮਿਲਣਾ ਪਾਏ। ਕਰਮ ਵਧੈ ਕਹਿ ਲੋ ਖੱਪ ਮਰੀ ਜਈ। ਔਰ ਲੋਕਾਂ ਦੇ ਵਿੱਚ, ਲੁਕਾਈ ਦੇ ਵਿੱਚ ਕਰਮ ਹੀ ਕਰਮ ਵੱਧ ਜਾਣਗੇ। ਕੋਈ ਜਿਹੜਾ ਪਹਾੜਾਂ 'ਤੇ ਜਾ ਰਿਹਾ ਹੈ ਬਈ ਦਰਸ਼ਨਾਂ ਦੇ ਵਾਸਤੇ ਜਿਹੜਾ ਹੈਗਾ, ਕੋਈ ਕਿਤੇ ਚੜ੍ਹ ਰਿਹਾ ਹੈ, ਕੋਈ ਕਿਤੇ ਜਾ ਕੇ ਮੱਥਾ ਟੇਕ ਰਿਹਾ, ਕੋਈ ਕਿਤੇ ਨਹਾ ਰਿਹਾ ਹੈ, ਕੋਈ ਇਹ ਪੰਡਤ ਜਿਹੜੇ ਹੈਗੇ ਵੇਦਾਂ ਦਾ ਪਾਠ ਕਰੀ ਜਾ ਰਹੇ, ਆਪਾਂ ਜਿਹੜੇ ਗੁਰਬਾਣੀ ਦਾ ਪਾਠ ਕਰੀ ਜਾ ਰਹੇ, ਸੁਣੀ ਜਾ ਰਹੇ। ਕਰਮ ਇਹ ਵਧੀ ਜਾ ਰਹੇ। ਔਰ ਜੋ ਕਹਿ ਰਿਹਾ ਹੈ ਪਰਮਾਤਮਾ, ਜੋ ਗੁਰੂ ਕਹਿ ਰਿਹਾ, ਜੋ ਇਹ ਗਿਆਨ ਕਹਿ ਰਿਹਾ, ਉਹਨੂੰ ਆਪਾਂ ਉਹ ਕੰਮ ਕਰਦੇ ਹੀ ਨਹੀਂ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਗੱਲ ਸੁਣੀ। ਇੱਕੋ ਹੀ ਗੱਲ ਕਹਿ ਰਿਹਾ ਹੈ ਬਾਣੀ, ਇੱਕ ਕੰਮ ਕਰਨ ਨੂੰ ਕਹਿ ਰਹੀ ਹੈ, ਉਹ ਆਪਾਂ ਕੰਮ ਨਹੀਂ ਕਰ ਰਹੇ। ਬਸ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਆਹ ਕਹਿ ਰਹੇ ਭਾਈ। ਉਹ ਦਾਤਾ ਕਿੱਥੇ ਦਿਸ ਰਿਹਾ ਹੈ? ਪਰਮਾਤਮਾ ਜਿਹੜਾ ਉਹਦਾ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਾਪਿਨ। ਤੇ ਫਿਰ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਸ ਦੀ ਭਗਤੀ ਕਰੀਏ, ਉਹਦਾ ਧਿਆਨ ਕਿਵੇਂ ਕਰੀਏ। ਉਹ ਕਹਿੰਦੇ, ਬਾਣੀ ਕਹਿੰਦੀ ਤੂੰ ਮਾਇਆ ਦਾ ਧਿਆਨ ਕਿਵੇਂ ਕਰ ਲੈਂਦਾ ਹੈ। ਬਈ ਮਾਇਆ ਦਾ ਧਿਆਨ ਤਾਂ ਮਹਾਰਾਜ ਜੀ ਮੈਨੂੰ ਮਾਇਆ ਦਿਸਦੀ ਹੈ, ਮੈਨੂੰ ਸਾਰੇ ਸਵਾਦ ਦਿਸਦੇ, ਸਾਰਾ ਕੁਝ ਦਿਸਦੇ, ਤਾਂ ਮੈਂ ਧਿਆਨ ਕਰ ਲੈਣਾ। ਫਿਰ ਜਿਹੜਾ ਹੈਗਾ, ਫਿਰ ਮੈਂ ਸੱਚ ਦਾ ਧਿਆਨ ਕਿਵੇਂ ਕਰਾਂ, ਆਤਮਾ ਦਾ ਧਿਆਨ ਕਿਵੇਂ ਕਰਾਂ। ਫਿਰ ਮਹਾਰਾਜ ਕਹਿੰਦੇ ਤੂੰ ਜਿਹੜਾ ਹੈਗਾ ਆਪਣੇ ਮਨ ਨੂੰ ਜਿਹੜਾ ਹੈਗਾ ਰੋਕ। ਇਹ ਜਿਹੜੇ ਹੈਗੇ ਕੱਚ ਜਿਹੜਾ ਹੈ, ਸਵਾਦ ਜਿਹੜਾ, ਝੂਠ ਜਿਹੜੇ ਹੈਗੇ, ਇਹਦਾ ਧਿਆਨ ਕਰਨ ਨੂੰ ਰੋਕ ਲਾ, ਤੇ ਆਟੋਮੈਟਿਕਲੀ ਵह ਪਰਮਾਤਮਾ ਦਾ ਧਿਆਨ ਹੋ ਜਾਏਗਾ। ਬਸ ਮਨ ਨੂੰ ਜਿਹੜਾ ਹੈਗਾ ਨਿਰਵਿਚਾਰ ਕਰ ਲਾ, ਵਿਚਾਰ ਸ਼ੂਨਯ ਕਰ ਲਾ, ਤੇ ਆਟੋਮੈਟਿਕਲੀ ਕਹਿੰਦੇ ਮੇਰੇ ਆਪਾਂ ਪਰਮਾਤਮਾ ਦੇ ਅੰਦਰ ਤਾਂ ਹੈਗੇ ਹੀ ਆ, ਆਪਾਂ ਗਏ ਹੋਏ ਆ ਬਾਹਰ। ਵਿਚਾਰ ਜਿਹੜੇ ਆਪਾਂ ਮਾਇਆ ਲੈ ਗਈ ਆਪਾਂ ਨੂੰ ਬਾਹਰ, ਮਨ ਅੰਦਰ ਆ। ਫਿਰ ਉਹ ਬਾਣੀ ਚ ਆਉਂਦਾ ਹੈ ਤਨ ਵਾਂਢੀ ਫਿਰ ਦੇਸ ਨਿਵਾਸੀ। ਤਨ ਤਾਂ ਵਾਂਢੇ ਗਈ ਹੋਈ ਹੈ, ਆਪਾਂ ਤਾਂ ਵਾਂਢੇ ਗਏ ਹੋਏ ਆ। ਪਰਮਾਤਮਾ ਆਤਮਾ ਆਪਣੇ ਅੰਦਰ ਬੈਠਾ ਹੈ, ਮਾਲਕ ਅੰਦਰ ਬੈਠਾ ਹੈ। ਆ ਹੈਗੀ ਇੱਥੇ ਪ੍ਰੋਬਲਮ ਹੈਗੀ ਆ। ਆ ਕਰਮ ਵਧੀ ਜਾਣਗੇ, ਕਹਿੰਦੇ ਖੱਪ ਮਰੀ ਜਾਈ। ਕਹਿੰਦੇ ਖੱਪ ਕੇ ਮਰ ਜਾਏਗਾ, ਤੇਰੀ ਜੀਵਨ ਯਾਤਰਾ, ਤੇਰੇ ਸਵਾਸ, ਤੇਰੀ ਉਮਰ ਖਤਮ ਹੋ ਜਾਏਗੀ, ਮਨੁੱਖੀ ਜੀਵਨ ਚਲੇ ਜਾਏਗੀ। ਫਿਰ ਜਿਹੜਾ ਹੈਗਾ 84 ਭੋਗ ਕੇ ਫਿਰ ਆਈ, ਫਿਰ ਬਾਰੀ ਮਿਲ ਜੂਗੀ। ਮਾਲਕ ਕਹਿੰਦਾ ਮੈਂ ਨਹੀਂ ਕਿਤੇ ਜਾ ਰਿਹਾ, ਮੈਂ ਤਾਂ ਹਮੇਸ਼ਾ ਰਹਿਣ ਵਾਲਾ ਹਾਂ। ਔਰ ਇਸੇ ਤਰੀਕੇ ਨਾਲ ਜਦ ਤੱਕ ਮੇਰੀ ਮਰਜ਼ੀ ਹੈ ਗੇਮ ਚਲੀ ਜਾਊਗੀ। ਤੂੰ ਜਿਹੜਾ ਹੈਗਾ ਜਦ ਤੱਕ ਤੂੰ ਨਿਰਵਿਚਾਰ ਹੁੰਦਾ ਨਹੀਂ, ਜਦ ਤੱਕ ਤੂੰ ਸੱਚ ਵੱਲ ਨੂੰ ਚੱਲਦਾ ਨਹੀਂ, ਜਦ ਤੱਕ ਤੂੰ ਮਾਇਆ ਵੱਲੋਂ ਯੂ ਟਰਨ ਨਹੀਂ ਲੈਂਦਾ, ਤਦ ਤੱਕ ਮਿੱਤਰਾ ਇਸੇ ਤਰੀਕੇ ਦੇ ਨਾਲ ਘੁੰਮਦਾ ਰਹੇਗਾ। ਕਰਮ ਵਧੈ ਕੇ ਲੋ ਖੱਪ ਮਰੀ ਜਈ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਈ। ਨਾਮ ਕੀ ਹੈ? ਆਤਮਾ। ਨਾਮ ਕੀ ਹੈ? ਪਰਮਾਤਮਾ। ਇਹੀ ਲਾਭ ਹੈਗਾ। ਲਾਹਾ ਨਾਮ ਸੰਸਾਰ, ਅੱਗੇ ਕੀ ਹੈ? ਅੰਮ੍ਰਿਤ ਪੀ ਜਈ, ਫਿਰ ਅਮਰ ਹੋ ਜਾਏਗਾ ਭਾਈ, ਅੰਮ੍ਰਿਤ ਪੀ ਲੇਗਾ। ਇਸ ਤਰ੍ਹਾਂ ਅੰਮ੍ਰਿਤ ਮਿਲੂਗਾ ਜਦ ਆਪਾਂ ਆਪਣੇ ਆਪ ਨੂੰ ਦੇਖ ਲਵਾਂਗੇ, ਜਦ ਆਪਣੀ ਆਤਮਾ ਨੂੰ ਦੇਖ ਲਵਾਂਗੇ, ਜਦ ਆਪਾਂ ਨਿਰਵਿਚਾਰ ਹੋ ਕੇ ਵਿਚਾਰ ਮੰਡਲ ਕ੍ਰਾਸ ਕਰ ਲਵਾਂਗੇ। ਔਰ ਵਿਚਾਰ ਜਿਹੜੇ ਹੈਗੇ ਇਹ ਕਦੀ ਵੀ ਜਿਹੜੇ ਹੈਗੇ ਆਪਣੇ ਜਿਹੜਾ ਚਿੱਤ ਹੈਗਾ ਉਹਦੇ ਤੇ ਵਿਚਾਰ ਆਉਂਦੇ ਆ। ਦੋ ਵਿਚਾਰ ਇਕੱਠੇ ਨਹੀਂ ਆ ਸਕਦੇ ਕਦੀ ਵੀ। ਇੱਕ ਵਿਚਾਰ ਆਊਗਾ ਔਰ ਉਸ ਵਿਚਾਰ ਨੂੰ ਛੱਡਾਂਗੇ ਤੇ ਦੂਜਾ ਵਿਚਾਰ ਆਊਗਾ, ਉਹਨੂੰ ਛੱਡਾਂਗੇ ਤੀਜਾ ਵਿਚਾਰ ਆਊਗਾ। ਇਸ ਤਰੀਕੇ ਦੇ ਨਾਲ ਕਦੀ ਵੀ ਬੈਠ ਕੇ ਦੇਖ ਲਓ। ਔਰ ਵਿਚਾਰ ਉਨੇ ਹੀ ਆਉਂਦੇ ਤੁਹਾਨੂੰ, ਬਾਅਦ ਤੋਂ ਬਾਅਦ 15-20 ਵਿਚਾਰ ਹੋਣਗੇ ਜਿਹੜੇ ਆਪਾਂ ਨੂੰ ਬਾਰ-ਬਾਰ ਆਪਾਂ ਨੂੰ ਉਹੀ ਫਾਈਲਾਂ
ਉਹੀ ਪੁਰਾਣੀਆਂ ਗੱਲਾਂ ਆਪਾਂ ਲੈ ਕੇ ਬੈਠ ਜਾਂਦੇ ਔਰ ਦੋਨੋਂ ਰੋਲ ਆਪਾਂ ਪਲੇ ਕਰਦੇ ਹਾਂ। ਫਲਾਣੇ ਨੇ ਉਹਨੇ ਇਸ ਤਰ੍ਹਾਂ ਕਿਹਾ ਸੀ, ਮੈਂ ਜੇ ਇਸ ਤਰ੍ਹਾਂ ਕਹਿ ਦਿੰਦਾ, ਮੈਂ ਜੇ ਇਸ ਤਰ੍ਹਾਂ ਕਰ ਦਿੰਦਾ ਤੇ ਮੇਰਾ ਇਸ ਤਰ੍ਹਾਂ ਹੋ ਜਾਣਾ ਸੀਗਾ। ਬਸ ਮੈਂ ਇੱਥੇ ਉਹ ਜੋ ਪਾਸਟ ਹੈ, ਜੋ ਬੀਤ ਚੁੱਕਾ ਹੈ, ਉਹਦੇ ਵਿਚਾਰ ਆ, ਜਾਂ ਮੈਂ ਇਸ ਤਰ੍ਹਾਂ ਕਰ ਲੂੰਗਾ, ਇਸ ਤਰ੍ਹਾਂ ਕਰ ਲੂੰ, ਜਾਂ ਫਿਊਚਰ ਦੇ ਵਿਚਾਰ ਆ। ਪ੍ਰੈਜ਼ੈਂਟ ਦਾ ਤਾਂ ਕੁਛ ਹੈ ਹੀ ਨਹੀਂ ਆਪਣੇ ਕੋਲ। ਇਸੇ ਵਿੱਚ ਹੀ ਸਮਾਂ ਨਿਕਲ ਜਾਂਦਾ ਹੈ। ਔਰ ਇਸ ਤਰ੍ਹਾਂ ਜਿਹੜੇ ਹੈਗੇ, ਔਰ ਇੱਕ ਵਿਚਾਰ ਜਿਹੜਾ ਹੈਗਾ ਆਇਆ ਆ, ਜੇ ਉਹ ਛੋਟਾ ਜਿਹਾ ਉਹਦੇ ਤਾਕਤ ਨਹੀਂ ਹੈਗੀ, ਜੇ ਉਹਨੂੰ ਉਸੇ ਟਾਈਮ ਜੇ ਹੈ ਆਪਾਂ ਉਹਦੇ ਉੱਤੋਂ ਧਿਆਨ ਹਟਾ ਲਈਏ ਤੇ ਉਹ ਵਿਚਾਰ ਉਹ ਕੁਛ ਨਹੀਂ ਕਰ ਸਕਦਾ ਆਪਣਾ। ਜੇ ਉਹਨੂੰ ਵਿਚਾਰੀ ਜਾਵਾਂਗੇ ਫਿਰ ਉਹਨੇ ਵਧੀ ਜਾਣਾ, ਉਹਨੇ ਐਂਪਲੀਫਾਈ ਹੋ ਜਾਣਾ, ਫਿਰ ਉਹਨੇ ਆਪਾਂ ਨੂੰ ਉਹ ਕੰਮ ਕਰਵਾ ਲੈਣਾ ਹੈ ਜਿਹੜੇ ਕੰਮ ਦਾ ਵਿਚਾਰ ਆਇਆ ਹੈ। ਉਹ ਪਾਪ ਕਰਵਾ ਲਏਗਾ ਫਿਰ, ਔਰ ਜਦ ਪਾਪ ਕਰਤਾ ਫਿਰ ਆਪਣਾ ਰਿਕਾਰਡ ਬਣ ਗਿਆ, ਫਿਰ ਆਪਾਂ ਨੂੰ ਜਿਹੜਾ ਭੋਗਣਾ ਪੈਣਾ ਉਹ ਇਸ ਤਰੀਕੇ ਦੇ ਨਾਲ। ਔਰ ਜਦ ਆਪਾਂ ਜਿਹੜੇ ਹੈਗੇ ਆ, ਜਿਸ ਤਰ੍ਹਾਂ ਰਾਮਾਨੰਦ ਜੀ ਕਹਿੰਦੇ ਕਿ ਕਤ ਜਾਈਏ ਰੇ ਘਰੇ ਲਾਗੋ ਰੰਗ, ਘਰ ਲਾਗੋ ਰੰਗ, ਮੇਰੇ ਘਰ ਨੂੰ ਹੀ ਰੰਗ ਲੱਗ ਗਿਆ, ਮੈਂ ਕਿੱਥੇ ਜਾਵਾਂ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਕਹਿੰਦੇ ਮੇਰਾ ਚਿੱਤ ਹੀ ਨਹੀਂ ਚੱਲ ਰਿਹਾ, ਵਿਚਾਰ ਹੀ ਨਹੀਂ ਆ ਰਿਹਾ ਕੋਈ, ਤੇ ਮਨ ਤਾਂ ਪੰਗੂ ਹੋ ਗਿਆ। ਕਹਿੰਦੇ ਮਨ ਕ੍ਰਿਪਲ ਹੋ ਗਿਆ। ਮਨ ਨੂੰ ਵਿਚਾਰ ਚਾਹੀਦੇ, ਮਨ ਨੂੰ ਸੋਚ ਚਾਹੀਦੀ ਹੈ, ਮਨ ਨੂੰ ਚੇਤਨਤਾ ਚਾਹੀਦੀ, ਜਿਹੜੀ ਸੋਚ ਹੈ ਆਪਾਂ ਨੂੰ, ਮਨ ਨੂੰ ਚਿੱਤ ਚਾਹੀਦਾ ਹੈ। ਚਿੱਤ ਦੇ ਉੱਤੇ ਕੋਈ ਵਿਚਾਰ ਹੀ ਨਹੀਂ ਹੈਗਾ, ਮਨ ਕਿਵੇਂ ਚੱਲ ਸਕਦਾ ਹੈ ਫਿਰ। ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ, ਹਰ ਭਗਤੀ ਅਸਨੇਹ ਗੁਰਮੁਖੇ ਕੀਜਈ। ਕਹਿੰਦੇ ਪਰਮਾਤਮਾ ਦੀ ਭਗਤੀ, ਉਹਦੇ ਨਾਲ ਪਿਆਰ, ਗੁਰਮੁਖੇ, ਗੁਰੂ ਦੇ ਰਾਹੀਂ, ਇਸ ਬਾਣੀ ਦੇ ਰਾਹੀਂ ਉਹਦੇ ਵਿੱਚ ਘਿੱਜ ਜਾ, ਉਹਦੇ ਵਿੱਚ ਮਗਨ ਹੋ ਜਾ। ਗੁਰੂ ਦੇ ਰਾਹੀਂ ਪਰਮਾਤਮਾ ਦੀ ਭਗਤੀ ਕੀ ਹੈ? ਆਹੀ ਬਈ ਆਪਣੇ ਚਿੱਤ ਨੂੰ ਜਿਹੜਾ ਹੈਗਾ, ਆਪਣੇ ਚਿੱਤ ਨੂੰ ਬਿਲਕੁਲ ਬਲੈਕ ਆਊਟ ਕਰ ਦੇ, ਉੱਥੇ ਕੋਈ ਵਿਚਾਰ ਨਹੀਂ ਚੱਲਣਾ ਚਾਹੀਦਾ। ਬਸ ਜਦ ਆਪਾਂ ਜਿਹੜੇ ਹੈਗੇ, ਆਪਾਂ ਜਿੰਨੇ ਲੋਕਾਂ ਦੇ ਨਾਲ ਆਪਣਾ ਜਿਹੜਾ ਹੈਗਾ, ਆਪਣਾ ਕਈਆਂ ਦੇ ਨਾਲ ਜਿਹੜਾ ਹੈਗਾ ਆਪਣਾ ਵਿਚਾਰ ਕਿੱਥੋਂ ਆਉਂਦੇ ਆ, ਕਈਆਂ ਦੇ ਨਾਲ ਆਪਣਾ ਜਿਹੜਾ ਹੈਗਾ ਆਪਣਾ ਇੱਟ ਕੁੱਤੇ ਦਾ ਬੈਰ ਹੁੰਦਾ, ਕਈਆਂ ਦੇ ਨਾਲ ਕੋਈ ਬੈਰੀ ਹੈ, ਕੋਈ ਮਿੱਤਰ ਹੈਗੇ ਆ, ਕਿੰਨਾਂ ਦੇ ਨਾਲ ਆਪਣਾ ਪਿਆਰ ਹੈਗਾ, ਕਈਆਂ ਦੇ ਨਾਲ ਆਪਣਾ ਜਿਹੜਾ ਹੈਗਾ ਬੈਰ ਹੈਗਾ। ਬਸ ਉਹੀ ਵਿਚਾਰ ਚੱਲਦੇ ਆ ਸਵੇਰ ਤੋਂ ਸ਼ਾਮ ਤਾਈਂ, ਉਹਨਾਂ ਦੀਆਂ ਹੀ ਗੱਲਾਂ ਚੱਲਦੀਆਂ, ਫਲਾਣੇ ਨੇ ਇਸ ਤਰ੍ਹਾਂ, ਉਹ ਇਸ ਤਰ੍ਹਾਂ, ਉਹ ਇਸ ਤਰ੍ਹਾਂ। ਕੋਈ ਮਿੱਤਰ ਹੈਗਾ, ਉਹਦੀ ਪਿਆਰ ਦੀਆਂ ਗੱਲਾਂ, ਉਹਦੀ ਤਾਰੀਫ ਕਰਦੇ ਆ ਆਪਾਂ, ਤੇ ਬਾਕੀਆਂ ਦੀ ਨਿੰਦਾ ਕਰਦੇ ਆ। ਮਹਾਰਾਜ ਕਹਿੰਦੇ ਆ ਸੁਖਮਨੀ ਸਾਹਿਬ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ। ਤੇਰੇ ਚਿੱਤ ਜਿਹੜਾ ਹੈਗਾ, ਵਿਚਾਰ ਨਹੀਂ ਖਤਮ ਹੋ ਸਕਦੇ। ਇਸ ਕਰਕੇ ਤੂੰ ਸਾਰਿਆਂ ਨੂੰ ਮਾਫ਼ ਕਰ ਦੇ ਪਾਏ, ਤੂੰ ਆਪਣੇ ਆਪ ਨੂੰ ਵੀ ਮਾਫ਼ ਕਰ ਦੇ। ਬਸ ਕਹਿ ਦੇ ਵੀ ਮਨਾ, ਮੈਂ ਇਹਨੂੰ ਵੀ ਮਾਫ਼ ਕੀਤਾ, ਇਹਨੂੰ ਵੀ ਮਾਫ਼ ਕੀਤਾ, ਇਹਨੂੰ ਵੀ ਮਾਫ਼ ਕੀਤਾ, ਮੈਂ ਤੈਨੂੰ ਵੀ ਮਾਫ਼ ਕੀਤਾ। ਤੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਸਿੱਧਾ ਸਾਦਾ ਨਹੀਂ ਹੈਗਾ, ਤੇਰੇ ਅੰਦਰ ਵੀ ਬਹੁਤ ਬਲ ਹੈਗੇ ਆ, ਤੂੰ ਵੀ ਬਥੇਰਿਆਂ ਦਾ ਨਾਲ ਧੱਕਾ ਕੀਤਾ ਹੈ, ਮੈਂ ਤੈਨੂੰ ਵੀ ਮਾਫ਼ ਕਰਤਾ। ਅੱਜ ਤੋਂ ਬਾਅਦ ਮੈਨੂੰ ਆਹ ਵਿਚਾਰ ਨਹੀਂ ਚਾਹੀਦੇ। ਜਦ ਤੱਕ ਆਪਾਂ ਆਪਣੇ ਮਨ ਦੇ ਉੱਤੇ ਚੈੱਕ ਨਹੀਂ ਕਰਾਂਗੇ, ਤਦ ਤੱਕ ਗੱਲ ਨਹੀਂ ਬਣਨੀ। ਹਾਂਜੀ ਸੁਖਵਿੰਦਰ ਜੀ। ਹਾਂ ਬਿਲਕੁਲ ਜੀ ਨਿਜ ਸਾਹਿਬ, ਇਹ ਜਿੰਨੀ ਦੇਰ ਅਸੀਂ ਇਹ ਕੰਮ ਨਹੀਂ ਕਰਾਂਗੇ ਨਾ, ਅਸੀਂ ਨਿਰਵਿਚਾਰ ਨਹੀਂ ਹੋ ਸਕਦੇ। ਹਾਂ, ਸਾਨੂੰ ਨਿਰਵਿਚਾਰ ਹੋਣ ਲਈ ਇਹ ਪਹਿਲੀ ਪ੍ਰੀ ਕੰਡੀਸ਼ਨ ਹੈ ਕਿ ਜਿੰਨਾ ਚਾਹੇ ਉਹ ਦੇਖੋ, ਆਪਣੇ ਆਪ ਨੂੰ ਮਾਫ ਕਰਨਾ ਪਹਿਲਾਂ ਸਭ ਤੋਂ ਜ਼ਰੂਰੀ ਹੈ, ਕਿਉਂਕਿ ਸਭ ਕੁਝ ਮੇਰੇ ਕਾਰਨ ਹੀ ਹੈ। ਸਾਨੂੰ ਲੱਗਦਾ ਹੈ ਕਿ ਦੂਜੇ ਕਾਰਨ ਹੈ, ਦੂਜੇ ਵੱਲੋਂ ਦੁੱਖ ਆ ਰਿਹਾ, ਦੂਜੇ ਵੱਲੋਂ ਸੁੱਖ ਆ ਰਿਹਾ ਹੈ। ਸਭ ਸੁੱਖ ਔਰ ਦੁੱਖ ਦੋਨੋਂ ਇਕੱਠੇ ਹੈ ਔਰ ਅੰਦਰ ਹੀ ਹੈ ਉਹ ਦੋਨੋਂ, ਔਰ ਮੇਰੇ ਕਾਰਨ ਹੈ। ਜਿੰਨੀ ਦੇਰ ਅਸੀਂ ਇਹ ਚੀਜ਼ਾਂ ਐਕਸੈਪਟ ਕਰਕੇ ਮਾਲਕ ਅੱਗੇ ਫਿਰ ਸਰੈਂਡਰ ਹੁੰਦਾ ਹੈ, ਫਿਰ ਕਹਿਣਾ ਵੀ ਮਾਲਕਾ ਹੁਣ ਮੈਨੂੰ ਤੂੰ ਬਖਸ਼, ਤਾਂ ਫਿਰ ਉੱਥੇ ਗੱਲ ਹੁੰਦੀ ਹੈ ਕਿ ਆਪ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਾਵ ਜਲ ਫੇਰਾ। ਉਹ ਫਿਰ ਉਸ ਤੋਂ ਬਾਅਦ ਸਾਰੀ ਕਾਰਵਾਈ ਚੱਲਦੀ ਹੈ, ਫਿਰ ਉਹ ਕੰਟੀਨਿਊਸ ਪ੍ਰੋਸੈਸ ਹੈ, ਸਹਿਜ ਮਾਰਗ ਹੈ, ਜਿਹੜਾ ਤੁਸੀਂ ਸਾਰਾ ਦੱਸਿਆ ਬਾਣੀ ਦੇ ਅੰਦਰ ਹੁਣ ਦੱਸ ਰਹੇ ਹੋ, ਇਹ ਸਾਰਾ ਉਸੇ ਤਰ੍ਹਾਂ ਹੀ ਹੁੰਦਾ ਹੈ, ਹੋਰ ਕੋਈ ਇਲਾਜ ਨਹੀਂ ਇਹਦਾ। ਤੇ ਉਹ ਕਹਿ ਰਹੇ ਕਿ ਬਾਕੀ ਸਭ ਕੁਝ ਹਾਨੀ ਹੈ, ਲਾਹਾ ਸਿਰਫ ਇੱਕੋ ਹੀ ਹੈ, ਤੂੰ ਨਾਮ ਪ੍ਰਗਟ ਕਰਨਾ। ਬਿਲਕੁਲ ਠੀਕ ਹੈ ਸੁਖਿੰਦਰ ਜੀ, ਟੋਟਲ ਹਾਨੀ ਹੈ। ਜੇ ਤੂੰ ਨਾਮ ਪ੍ਰਗਟ ਨਹੀਂ ਹੋਇਆ ਤਾਂ ਇਹਦਾ ਮਤਲਬ ਨਾਮ ਪ੍ਰਗਟ ਸੰਸਾਰ ਦੇ ਅੰਦਰ ਨਾਮ ਤੋਂ ਬਿਨਾ ਤੂੰ ਇਹ ਸਮਝ ਲੈ ਤੂੰ ਅੰਮ੍ਰਿਤ ਨਹੀਂ ਹੋ ਸਕਦਾ, ਅੰਮ੍ਰਿਤ ਨਹੀਂ ਹੋ ਸਕਦਾ। ਮਿਰਤ ਜ਼ਰੂਰ ਹੋ ਜਾਏਗਾ, ਮਿਰਤ ਹੋ ਜਾਏਗਾ। ਤੇਰੀ ਜਿਹੜੀ ਹੈਗੀ ਹੈ, ਤੇਰਾ ਸਰੀਰ ਜਿਹੜਾ ਹੈਗਾ ਇਹ ਖਤਮ ਹੋ ਜਾਏਗਾ। ਤੂੰ ਆਵਾਗਮਨ ਚੋਂ ਨਹੀਂ ਨਿਕਲ ਸਕਦਾ। ਤੈਨੂੰ ਇਹ ਕੰਮ ਜੋ ਤੂੰ ਹੁਣ ਇਕੱਠਾ ਕਰ ਰਹੇ
ਤੈਨੂੰ ਇਹ ਅਫਸੋਸ ਹੋਊਗਾ ਜਾਣ ਲੱਗੇ ਵੀ ਮੈਂ ਕੀਤਾ ਕੀ, ਫਿਰ ਤੂੰ ਫਿਰ ਉਹੀ ਕੰਮ ਫਿਰ ਕਰਨ ਲਈ ਫਿਰ ਤੈਨੂੰ ਆਉਣਾ ਪਊਗਾ। ਅਲਟੀਮੇਟਲੀ ਛੁਟਕਾਰਾ ਤੈਨੂੰ ਅੰਮ੍ਰਿਤ ਪੀਤੇ ਬਿਨਾ ਨਹੀਂ ਹੋਣਾ। ਉਹ ਅੰਮ੍ਰਿਤ ਸਿਰਫ ਨਾਮ ਹੈ, ਉਸ ਤੋਂ ਬਿਨਾ ਇਸ ਸੰਸਾਰ ਦੇ ਵਿੱਚ ਕੁਝ ਨਹੀਂ। ਉਹੀ ਲਾ ਹੈ, ਉਹੀ ਸਾਡਾ ਵਣਜ ਹੈ, ਉਹੀ ਸਾਡਾ ਅਸੀਂ ਵਪਾਰ ਕਰਨ ਲਈ ਇੱਥੇ ਆਏ ਆ ਉਸ ਮਾਲਕ ਵੱਲੋਂ। ਉਹ ਹੋਣਾ ਕਿੱਦਾਂ? ਉਹ ਕੀ ਕਹਿ ਰਹੇ, ਹਰ ਭਗਤੀ ਅਸਨੇ, ਬਸ ਹੋਣਾ ਇਹ ਪਿਆਰ ਦੇ ਨਾਲ ਭਿੱਜ ਕੇ ਹੈ, ਹੋਣਾ ਗੁਰਮੁਖ ਸਿਸਟਮ 'ਚ ਹੈ, ਗੁਰਮੁਖ ਕੀ ਜਈ ਉਹਦੇ ਨਾਲ ਹੀ ਤੂੰ ਭਿੱਜਣਾ ਹੈ। ਅਦਰਵਾਈਜ਼ ਕੋਈ ਚਾਰਾ ਨਹੀਂ। ਜਿੰਨਾ ਮਰਜ਼ੀ ਕਰਮਕਾਂਡ ਕਰੀ ਚੱਲ, ਕੋਈ ਤੂੰ ਭੁੱਖਾ ਰਹਿ ਲੈ, ਵਰਤ ਰੱਖ ਲੈ, ਨੇਮ ਰੱਖ ਲੈ, ਠੰਡੇ ਪਾਣੀ ਨਾਲ ਨਹਾ ਲੈ, ਜੇ ਅੱਗੇ ਕਿਤੇ ਵੀ ਚਲੇ ਜਾ, ਉਹ ਨਹੀਂ ਤੇਰੇ ਕਿਸੇ ਹੱਠ ਕਰਮ ਨਾਲ ਕਰਮਕਾਂਡ, ਜਿੰਨਾ ਵੀ ਕਰਮਕਾਂਡ ਹੈ, ਜਿੰਨੇ ਵੀ ਲੋਆਂ ਦਾ ਕਰਮਕਾਂਡ ਹੈ, ਉਹਦੇ ਨਾਲ ਨਹੀਂ ਗੱਲ ਬਣਨੀ, ਨਹੀਂ ਗੱਲ ਬਣਨੀ, ਨਹੀਂ ਗੱਲ ਬਣਨੀ ਬਸ। ਔਰ ਇੱਕ ਆਖਰੀ ਦੇ ਵਿੱਚ ਜਿਹੜਾ ਹੈਗਾ ਆਪਾਂ ਅੱਜ ਦਾ ਇੱਥੇ ਸੰਕੋਚਦੇ ਹਾਂ, ਅਤੇ ਆਖਰੀ ਦੇ ਵਿੱਚ ਇੱਕੋ ਹੀ ਚੀਜ਼ ਮੈਂ ਕਹਿਣਾ ਚਾਹੁੰਦਾ ਹੈ ਕਿ ਜੇ ਆਪਾਂ ਜਿਹੜੇ ਹੈਗੇ ਆ ਸੁਧਾਰਨਾ ਚਾਹੁੰਦੇ ਹਾਂ, ਜੇ ਔਗੁਣ ਦੂਰ ਕਰਨਾ ਚਾਹੁੰਦੇ ਹਾਂ, ਅਤੇ ਆਪਾਂ ਸਿਰਫ ਔਰ ਸਿਰਫ ਆਪਣੇ ਆਪ ਨੂੰ ਚੇਂਜ ਕਰ ਸਕਦੇ ਹਾਂ, ਆਪਣੇ ਆਪ ਨੂੰ ਸੁਧਾਰ ਸਕਦੇ ਹਾਂ। ਕਿਸੇ ਦੂਸਰੇ ਨੂੰ ਆਪਾਂ ਨਹੀਂ ਸੁਧਾਰ ਸਕਦੇ। ਜਿੰਨੇ ਵੀ ਜੀਵ, ਜਿੰਨੇ ਵੀ ਇਨਸਾਨ ਹੈਗੇ, ਸਾਰੇ ਆਪੋ ਆਪਣੀ ਯਾਤਰਾ ਦੇ ਉੱਤੇ ਹੈਗੇ। ਉਹਨਾਂ ਦਾ ਆਪਣੀ ਸੁਰਤ, ਮਤ, ਮਨ, ਬੁੱਧੀ ਆਪਣੀ ਹੈ। ਉਹ ਆਪਣੇ ਆਪਣੇ ਉਹਨਾਂ ਦੇ ਔਗੁਣ ਹੈਗੇ, ਆਪਣਾ ਆਪਣਾ ਕਾਰਨਸ਼ੀਲ ਹੈ ਉਹਨਾਂ ਦਾ। ਉਹਨਾਂ ਦੀ ਯਾਤਰਾ ਉਹਨਾਂ ਦੀ ਹੈਗੀ, ਆਪਣੀ ਯਾਤਰਾ ਆਪਣੀ ਹੈਗੀ। ਲੇਖਾ ਧਰਮਰਾਜ ਨੇ ਆਪਣੇ ਕੋਲੋਂ ਮੰਗਣਾ ਹੈ। ਨਾਨਕ ਆਖੇ ਰੇ ਮਨਾ, ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਬਹੀ। ਖੇਤ ਸਰੀਰ ਜੋ ਬੀਜੀਏ, ਸੋ ਅੰਤ ਖਲੋਇਆ ਆਏ। ਉਹੀ ਮਿਲਣਾ ਹੈ ਜੋ ਆਪਾਂ ਬੀਜਾਂਗੇ। ਜੇ ਆਪਾਂ ਨੇ ਵਿਚਾਰ ਹੀ ਵਿਚਾਰ, ਕੰਡੇ ਹੀ ਕੰਡੇ ਬੀਜੇ, ਤੇ ਭਾਈ ਕੰਡੇ ਮਿਲਣੇ ਆ। ਬਾਣੀ 'ਚ ਆਉਂਦਾ ਹੈ, ਲੋੜੇ ਦਾਖ ਬਿਜੂਰੀਆਂ, ਕਿੱਕਰ ਬੀਜੇ ਜੱਟ। ਕਿੱਕਰ ਬੀਜਾਂਗੇ ਤੇ ਕੰਡੇ ਮਿਲਣੇ ਆ ਭਾਈ। ਹਾਂਜੀ ਵੀਰ ਜੀ। ਇਹੀ ਹੈ ਜੀ, ਗੁਰੂ ਸਾਹਿਬ ਵੀ ਕਹਿੰਦੇ ਹੁੰਦੇ ਤੁਸੀਂ ਇੱਕੋ ਵਾਰੀ ਅਰਦਾਸ ਹੀ ਕਰ ਦਿਓ। ਦੇਖੋ ਸਾਨੂੰ ਨਹੀਂ ਪਤਾ ਅਸੀਂ ਪਿੱਛੇ ਕੀ ਕਰਕੇ ਆਏ ਆ, ਕੀ ਨਹੀਂ ਕਰਕੇ ਆਏ। ਥੋੜਾ ਬਹੁਤ ਇਸ ਜਨਮ ਦਾ ਤਾਂ ਭੁਲੇਖਾ ਹੋ ਸਕਦਾ, ਸਾਨੂੰ ਪਤਾ ਹੁੰਦਾ ਕਿਤੇ ਕਿਤੇ ਧੁੰਦਲੀਆਂ ਛਾਪਾਂ ਹੋਣਗੀਆਂ। ਅਸੀਂ ਇੱਕੋ ਵਾਰੀ, ਗੁਰੂ ਸਾਹਿਬ ਜਿਵੇਂ ਕਹਿੰਦੇ ਹੁੰਦੇ ਕਿ ਇੱਕੋ ਵਾਰੀ ਅਰਦਾਸ ਕਰ ਦਈਏ ਮਾਲਕ ਅੱਗੇ ਕਿ ਵੀ ਸਾਨੂੰ ਨਹੀਂ ਪਤਾ ਜਾਣੇ ਅਣਜਾਣੇ ਅਸੀਂ ਪਿੱਛੇ, ਕਿਉਂਕਿ ਪੁਆਂਟਣੀ ਤੇ ਕਿ ਆਏ ਅਸੀਂ ਮਾਲਕ ਪਿਛਲਾ ਤਾਂ ਆਪਾਂ ਚੇਂਜ ਹੀ ਨਹੀਂ ਕਰ ਸਕਦੇ ਨਾ ਸੁਖਵਿੰਦਰ ਜੀ। ਸਾਨੂੰ ਤਾਂ ਇੱਕੋ ਵਾਰ ਅਸੀਂ ਮਾਲਕ ਅੱਗੇ ਅਰਦਾਸ ਕਿ ਜਾਣੇ ਅਣਜਾਣੇ, ਜੇ ਮੇਰੇ ਤੋਂ ਕਿਸੇ ਦਾ ਦਿਲ ਦੁਖਿਆ, ਜਾਂ ਮੈਂ ਕਿਸੇ ਦਾ ਦਿਲ ਦੁਖਾਇਆ, ਜਾਂ ਕਿਸੇ ਨੇ ਮੇਰਾ ਦਿਲ ਦੁਖਾਇਆ, ਸਭ ਮਾਫ ਬਸ। ਬਿਲਕੁਲ ਬਿਲਕੁਲ। ਮੈਂ ਇਸ ਤੋਂ ਬਾਅਦ ਇਸਦੇ ਵਿਚਾਰ ਨਹੀਂ ਲੈਣੇ। ਔਰ ਮਾਲਕ ਆਪਣੇ ਆਪ ਕਿਰਪਾ ਕਰਦਾ। ਜਦੋਂ ਅਸੀਂ ਇਸ ਹੱਦ ਤੱਕ ਆਪਣੇ ਆਪ ਨੂੰ ਨਿਭਾਣ 'ਚ ਲੈ ਜਾਵਾਂਗੇ ਤਾਂ ਫਿਰ ਉਹ ਅੰਮ੍ਰਿਤ ਤੋਂ ਬਿਨਾਂ ਵਾਂਝੇ ਨਹੀਂ ਛੱਡਦਾ। ਉਹ ਸਾਨੂੰ ਉਹ ਬਿਲਕੁਲ ਮਾਫ ਕਰਕੇ ਪਿਛਲੇ ਔਗਣ ਬਖਸ਼ ਲੈ, ਪ੍ਰਭ ਅੱਗੇ ਮਾਰਗ ਪਾਓ। ਬਿਲਕੁਲ ਠੀਕ ਹੈ ਜੀ। ਅੱਜ ਦੀ ਆਪਾਂ ਇੱਥੇ ਹੀ ਵਿਚਾਰ ਬੰਦ ਕਰਦੇ ਹਾਂ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।